ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਦੀਪਕ ਵਿਹਾਰ ਇਲਾਕੇ ਦੇ ਵਿੱਚ ਅਸੀਂ ਮੌਜੂਦ ਹੈਗੇ ਆ, ਜਿਹੜਾ ਕਿ ਇੱਕ ਇਨਸੀਡੈਂਟ 14 ਜੂਨ ਤੋਂ ਇੱਕ ਜੋ ਕਿ ਦੋ ਧਿਰਾਂ ਦਾ ਝਗੜਾ ਗੁਰੂ ਘਰ ਦੇ ਵਿੱਚ ਜੋ ਸ਼ੁਰੂ ਹੋਇਆ ਸੀਗਾ ਔਰ ਜੋ ਇਸ ਲੈਵਲ ਤੇ ਆ ਗਿਆ ਕਿ 21-22 ਜੂਨ ਨੂੰ ਇੱਕ ਐਸੀ ਵੀਡੀਓ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਇੱਕ ਧਿਰ ਦੀ ਜਿਹੜੀ ਹੈਗੀ ਆ ਇਲਜ਼ਾਮ ਲਗਾ ਰਹੀ ਹੈ ਕਿ ਦੂਸਰੀ ਧਿਰ ਵੱਲੋਂ ਜਿਹੜਾ ਹੈਗਾ ਉਹਦੇ ਉੱਪਰ ਜੋ ਕੇਸਾਂ ਦੀ ਬੇਅਦਬੀ ਕੀਤੀ ਗਈ ਹੈਗੀ ਆ, ਕਰਵਾਈ ਗਈ ਹੈਗੀ ਆ, ਤੇ ਆਪਾਂ ਉਹ ਸਾਰੀ ਗੱਲਾਂ ਕਰਾਂਗੇ। ਤੇ ਆਓ ਅਸੀਂ ਜੁੜਦੇ ਹੈਗੇ ਆ। ਇੱਕ ਧਿਰ ਦੇ ਨਾਲ ਤੇ ਅਸੀਂ ਗੱਲਬਾਤ ਕਰ ਲਈ ਹੈਗੀ ਆ, ਜਿਹੜੇ ਕੁਲਦੀਪ ਸਿੰਘ ਹਰੀ ਜਿਹੜੇ ਗੁਰਦੁਆਰਾ ਕਮੇਟੀ ਦੇ ਮੈਂਬਰ ਨੇ, ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈਗੀ ਆ। ਤੇ ਹੁਣ ਅਸੀਂ ਗੱਲਬਾਤ ਕਰਾਂਗੇ ਸਾਡੇ ਜਿਹੜੇ ਦੂਸਰੀ ਧਿਰ ਹੈਗੀ ਹੈ, ਕਿਉਂਕਿ ਦੋਨੋਂ ਗੁਰੂ ਘਰ ਦੀ ਸੰਗਤ ਹੈਗੀ ਆ। ਤੇ ਦੂਸਰੇ ਸਾਡੇ ਨਾਲ ਜੋ ਸੱਜਣ ਨੇ, ਦੂਸਰੀ ਧਿਰ ਹੈ ਡਾਕਟਰ HS ਰਿਆਤ, ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗ ਰਿਹਾ ਕਿ ਉਹਨਾਂ ਵੱਲੋਂ ਜਿਹੜੀ ਹੈਗੀ ਆ ਬੇਅਦਬੀ ਕਰਵਾਈ ਗਈ, ਹੋਰ ਉਸ ਕੁਲਦੀਪ ਸਿੰਘ ਦੀ ਜਿਹੜੀ ਹੈਗੀ ਆ ਕੁੱਟਮਾਰ ਕੀਤੀ ਗਈ। ਤੇ ਆਪਾਂ ਬਿਲਕੁਲ ਡਾਕਟਰ HS ਰਿਆਤ ਸਾਹਿਬ ਨਾਲ ਹੀ ਗੱਲ ਕਰ ਰਹੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਇੱਕ ਵਾਰੀ ਪੂਰਾ ਨਾਮ ਦੱਸ ਦਿਓ। ਸਰ ਮੈਂ ਤੁਹਾਨੂੰ ਦੱਸਿਆ ਜੀ, ਮੈਂ ਮੀਡੀਆ 'ਚ ਉਨੀ ਹੀ ਗੱਲ ਕਰਾਂਗਾ। ਮੇਰਾ ਨਾਮ ਡਾਕਟਰ HS ਰਿਆਤ ਹੀ ਹੈ ਜੀ। ਹਾਂਜੀ, ਸਿੰਘ ਰਿਆਤ ਸਿੰਘ ਹੈ, ਐਸ ਸਿੰਘ ਹੈ, ਕੀ ਹੈ? ਕਿਉਂਕਿ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਤੁਸੀਂ ਬਤੌਰ ਸਿੱਖ ਹੋ। ਹਾਂ ਬਿਲਕੁਲ, ਮੈਂ ਸਿੱਖ ਫੈਮਿਲੀ ਨਾਲ, ਜੱਟ ਸਿੱਖ ਫੈਮਿਲੀ ਨਾਲ ਬਿਲੋਂਗ ਕਰਦਾ ਜੀ। ਠੀਕ ਹੈ, ਠੀਕ ਹੈ ਸੰਗਤ ਜੀ, ਅਸੀਂ ਬਿਲਕੁਲ ਡਾਕਟਰ HS ਰਿਆਤ ਦੇ ਨਾਲ ਗੱਲ ਕਰ ਰਹੇ ਹਾਂ। ਤੇ ਹੁਣ ਤੱਕ ਤੁਸੀਂ ਜੋ ਵੀਡੀਓ ਦੇਖਿਆ, ਡਾਕਟਰ HS ਰਿਆਤ ਸਾਹਿਬ ਸਾਡੇ ਨਾਲ ਮੌਜੂਦ ਨੇ, ਪਰ ਹੁਣ ਤੁਸੀਂ ਵੀਡੀਓ ਦੇ ਵਿੱਚ ਜੋ ਦੇਖ ਰਹੇ ਹੋ, ਅਸੀਂ ਉਹਨਾਂ ਦੀ ਵੀਡੀਓ ਨੂੰ ਸਟਿਲ ਕਰ ਦਿੱਤਾ ਹੈ ਕਿਉਂਕਿ ਮਾਮਲਾ ਜੋ ਹੈ ਕੋਰਟ ਦੇ ਵਿੱਚ ਹੈਗਾ। ਸੋ ਡਾਕਟਰ HS ਰਿਆਤ ਸਾਹਿਬ ਵੱਲੋਂ ਸਾਨੂੰ ਦੱਸਿਆ ਗਿਆ ਹੈਗਾ ਕਿ ਉਹ ਇਸ ਮਾਮਲੇ ਦੇ ਵਿੱਚ ਜੋ ਹੈ ਆਪਣਾ ਪੱਖ ਜ਼ਰੂਰ ਰੱਖਣਗੇ, ਪਰ ਆਡੀਓ ਦੇ ਤੌਰ ਤੇ, ਵੀਡੀਓ ਦੇ ਤੌਰ ਤੇ ਜਿਹੜੀ ਹੈਗੀ ਉਹਨਾਂ ਦੀ ਮੂਵਮੈਂਟਸ ਨੂੰ ਅਸੀਂ ਸਟਿਲ ਕਰ ਦਿੱਤਾ ਹੈਗਾ। ਸੋ ਪਰ ਉਹਨਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ, ਔਰ ਅਸੀਂ ਉਹਨਾਂ ਦੇ ਨਾਲ ਹੀ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਹੁਣ ਆਪਣੇ ਜੋ ਪੱਖ ਦੀ ਹੈਗੀ ਅਸੀਂ ਤੁਹਾਡੇ ਨਾਲ ਸ਼ੁਰੂਆਤ ਕਰਦੇ ਹੈਗੇ ਆ। ਤੁਹਾਡੇ ਨਾਲ ਅਸੀਂ ਸਿੱਧੇ ਤੌਰ ਤੇ ਗੱਲਬਾਤ ਕਰਾਂਗੇ। ਤੁਹਾਡੇ ਉੱਪਰ ਇਲਜ਼ਾਮ ਲੱਗ ਰਿਹਾ ਹੈ ਕਿ ਜੋ 22 ਜੂਨ ਦੇ ਵਿੱਚ ਜੋ ਸਰਦਾਰ ਕੁਲਦੀਪ ਸਿੰਘ ਦੇ ਉੱਪਰ ਜੋ ਉਹਨਾਂ ਦੀ ਕੁੱਟਮਾਰ ਹੋਈ ਆ, ਉਹ ਹਮਲਾ ਜਿਹੜਾ ਹੈਗਾ ਉਹ ਤੁਹਾਡੇ ਵੱਲੋਂ ਕਰਵਾਇਆ ਗਿਆ, ਔਰ ਉਸ ਦੇ ਨਾਲ ਵਿੱਚ ਨਾਨਕ ਸਿੰਘ ਵੀ ਨਜ਼ਰ ਆ ਰਹੇ ਨੇ, ਉਹਨਾਂ ਦੇ ਨਾਲ ਵੀ ਤੁਸੀਂ ਕੁੱਟਮਾਰ ਕੀਤੀ ਗਈ ਹੈ, ਔਰ ਤੁਹਾਡੇ ਵੱਲੋਂ ਕੁਝ ਉੱਥੇ ਬੰਦੇ ਬੁਲਾ ਕੇ ਜਿਹੜਾ ਉੱਥੇ ਕੁੱਟਮਾਰ ਕੀਤੀ ਗਈ ਹੈ, ਔਰ ਸਿੱਧਾ ਇਲਜ਼ਾਮ ਤੁਹਾਡੇ ਉੱਪਰ ਆ ਰਿਹਾ, ਔਰ ਮਾਮਲਾ ਵੀ ਇਸ ਦੇ ਉੱਪਰ ਹਜੇ ਤੱਕ ਦਰਜ ਨਹੀਂ ਹੋਇਆ। ਤੁਸੀਂ ਆਪਣੀ ਸਫਾਈ ਦੇ ਵਿੱਚ ਕੀ ਕਹਿਣਾ ਚਾਹੋਗੇ? ਸਰ, ਇਹ ਮਾਮਲਾ 14 ਜੂਨ ਨੂੰ ਸ਼ੁਰੂ ਹੋਇਆ ਸੀਗਾ, ਜਿਸ ਦਿਨ ਸਾਡੀ ਲੰਗਰ ਸੇਵਾ ਇੱਥੇ ਸਮਾਪਤ ਹੋ ਗਈ ਸੀ, ਜਿਹੜੀ 80 ਦਿਨ ਦੀ। ਅਸੀਂ 23 ਮਾਰਚ ਤੋਂ ਜਦੋਂ ਲੋਕਡਾਊਨ ਸਟਾਰਟ ਹੋਇਆ ਸੀ, ਉਦੋਂ ਦੀ ਇੱਥੇ ਅਸੀਂ ਲੰਗਰ ਸੇਵਾ ਸਟਾਰਟ ਕੀਤੀ ਸੀ। ਉਹ ਲੰਗਰ ਸੇਵਾ ਨੂੰ ਅਸੀਂ ਜਿਹੜਾ ਪੂਰਨ ਵਿਰਾਮ ਹੈ ਉਹ 14 ਜੂਨ ਨੂੰ ਸੰਗਰਾਂਦ ਵਾਲੇ ਦਿਨ ਲਗਾਇਆ ਸੀਗਾ। ਪੂਰੀ ਕਮੇਟੀ ਨੂੰ ਇਸ ਗੱਲ ਬਾਰੇ ਪਤਾ ਸੀਗਾ। ਦੂਸਰਾ, ਔਰ ਇਹਨਾਂ ਦੀ ਕਮੇਟੀ ਦੇ ਕੁਝ ਮੈਂਬਰ ਜਿਹੜੇ ਸੀ, ਉਹ ਜਿਹੜੇ ਸੰਗਤ ਸੀਗੀ ਉਹਨਾਂ ਨੂੰ ਅਵਾਰਡ ਦੇਣ ਵਾਸਤੇ ਰਾਜੀ ਨਹੀਂ ਸੀ, ਪਰ ਉਹਦੇ ਵਿੱਚ ਸੰਗਤ ਦੀ ਕੋਈ ਗਲਤੀ ਨਹੀਂ ਸੀ। ਅਗਰ ਕਮੇਟੀ ਦਾ ਮੈਟਰ ਸੀ, ਮੈਂ ਸਭ ਤੋਂ ਪਹਿਲਾਂ ਹੱਥ ਜੋੜ ਕੇ ਇਹੀ ਕਹਾਂਗਾ ਕਿ ਇਹ ਮੈਟਰ ਨੂੰ ਗੁਰੂ ਘਰ ਦਾ ਮੈਟਰ ਬਣਾਇਆ ਜਾ ਰਿਹਾ ਹੈ। ਇਹ ਗੁਰੂ ਘਰ ਦਾ ਮੈਟਰ ਨਹੀਂ ਹੈ। ਇਹ ਮੈਟਰ ਕੁਲਦੀਪ ਸਿੰਘ ਨੇ 14 ਤਰੀਕ ਰਾਤ ਨੂੰ ਹੀ ਮੇਰੇ ਗੇਟ ਦੇ ਬਾਹਰ, ਉਹਦੀ ਵੀਡੀਓ ਸਾਡੇ ਕੋਲ ਹੈਗੀ ਹੈ, ਉਹ ਮੈਂ ਤੁਹਾਨੂੰ ਦਿਖਾ ਦਿਆਂਗਾ, ਪਰ ਮੈਂ ਉਹ ਤੁਹਾਨੂੰ ਕੋਰਟ 'ਚ ਹੀ ਦਿਆਵਾਂਗਾ। ਤੇ ਉਹ ਮੇਰੇ ਗੇਟ ਦੇ ਬਾਹਰ ਮੈਨੂੰ ਗਾਲਾਂ ਕੱਢ ਕੇ ਗਏ ਨੇ, ਉਹਦੇ ਗਵਾਹ ਵੀ ਸਾਡੇ ਕੋਲ ਹੈਗੇ ਨੇ, ਉਹਦੇ ਵੀਡੀਓਜ਼ ਵੀ। ਗੇਟ ਤੋਂ ਬਾਅਦ, ਆਫਿਸ ਦੇ ਗੇਟ ਤੋਂ ਬਾਹਰ ਜਾਂ ਤੁਹਾਡੇ ਘਰ ਦੇ ਗੇਟ ਤੋਂ ਬਾਹਰ, ਜਿਹੜੇ ਦਫ਼ਤਰ ਦੇ? ਹਾਂ, ਬਸ ਇਸ ਤੋਂ ਬਾਹਰ ਹੀ ਮੈਨੂੰ ਗਾਲਾਂ ਕੱਢਦੇ ਹੋਏ ਗਏ ਨੇ। ਤੁਹਾਡੇ ਕੋਲ ਉਹਦੀ CCTV ਰਿਕਾਰਡਿੰਗ ਹੈ? ਬਿਲਕੁਲ, CCTV ਫੁਟੇਜ ਮੇਰੇ ਕੋਲ ਹੈ ਜੀ, ਔਰ ਉਹ ਮੈਂ ਤੁਹਾਨੂੰ ਦਿਖਾ ਸਕਦਾ, ਪਰ ਦਵਾਂਗਾ ਨਹੀਂ, ਉਹ ਮੈਂ ਕੋਰਟ 'ਚ ਹੀ ਦਵਾਂਗਾ। ਉਸ ਤੋਂ ਬਾਅਦ ਮੈਂ ਰਾਤ ਨੂੰ, ਉਸੇ ਦਿਨ ਰਾਤ ਨੂੰ ਜਾ ਕੇ ਮੈਂ ਰਨੌਲਾ ਥਾਣੇ ਦੇ ਵਿੱਚ ਉਹਨਾਂ ਦੇ ਨਾਮ ਤੋਂ ਬਾਈ ਨੇਮ ਕੰਪਲੇਂਟ 4 ਬੰਦਿਆਂ ਨਾਮ ਤੋਂ ਦੇ ਕੇ ਆਇਆ ਸੀ। ਕੁਲਦੀਪ ਸਿੰਘ, ਇੰਦਰਜੀਤ ਸਿੰਘ, ਨਾਨਕ ਸਿੰਘ ਤੇ ਦਲਵਿੰਦਰ ਸਿੰਘ ਦੇ ਨਾਮ ਤੋਂ ਮੈਂ ਉੱਥੇ ਕੰਪਲੇਂਟ ਦੇ ਕੇ ਆਇਆ ਸੀਗਾ। ਉਹਦੀ ਫੋਟੋਕਾਪੀ ਸਾਡੇ ਕੋਲ ਪਈ ਹੈ, ਜਿਹੜੀ ਅਸੀਂ ਉੱਥੇ ਪਾ ਕੇ ਆਏ ਸੀਗੇ। ਮੇਰੀ ਉਹਨਾਂ ਨਾਲ 2-3 ਵਾਰ ਪੁਲਿਸ ਵਾਲਿਆਂ ਨਾਲ ਗੱਲ ਹੋਈ, ਤਾਂ ਉਹ ਕਹਿਣ ਲੱਗੇ ਜੀ ਥੋੜਾ ਕਰੋਨਾ ਦਾ ਟਾਈਮ ਚੱਲ ਰਿਹਾ ਹੈ, ਤੇ ਕੁਝ ਜਿਹੜੇ ਬੀਟ ਅਫਸਰ ਨੇ ਉਹ ਸਫੜ ਨੇ, ਇਸ ਗੱਲ ਤੋਂ ਸਫੜ ਨੇ, ਤੇ ਉਹ ਜਿਹੜੀ ਗੱਲ ਸੀ ਉਹ ਕਰਦੇ ਕਰਦੇ ਥੋੜੀ ਜਿਹੀ ਲੇਟ ਹੋ ਗਈ। ਇਨ ਬਿਟਵੀਨ ਮੈਂ ਅਕਾਲ ਸਾਹਿਬ ਚੈਨਲ ਆਪ ਜੀ ਨਾਲ ਵੀ ਮੇਰੀ ਗੱਲ ਹੋਈ, ਔਰ ਮੈਂ ਤੁਹਾਨੂੰ ਇੰਨਾ ਜਾਗਰੂਕ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਨਾ ਤੇ ਪੁਲਿਸ ਨੇ ਵਾਲਿਆਂ ਨੇ ਮੇਰੀ ਗੱਲ ਸੁਣੀ ਹੈ, ਤੇ ਨਾ ਹੀ ਉਸ ਵੇਲੇ ਤੁਸੀਂ ਮੇਰੇ ਮੈਟਰ ਤੇ ਲੁੱਕ ਇਨਟੂ ਮੈਟਰ ਕੀਤਾ ਹੈ। ਉਹਦਾ ਨਤੀਜਾ ਇਹ ਹੋਇਆ ਕਿ 22 ਤਰੀਕ ਨੂੰ, 21 ਕਿ 22 ਤਰੀਕ, ਮੈਨੂੰ ਡੇਟ ਐਗਜ਼ੈਕਟ ਯਾਦ ਨਹੀਂ ਹੈ, ਸ਼ਾਮ ਦੇ ਟਾਈਮ ਕੁਲਦੀਪ ਸਿੰਘ ਸਤਪਾਲ ਸਿੰਘ ਨੂੰ ਮਾਰਨ ਵਾਸਤੇ ਆਇਆ, ਔਰ ਬੀਚ ਬਚਾਵ ਕਰਦੇ ਹੋਏ ਤੇ ਉਹਨੂੰ ਮੈਂ ਹੱਥ ਵੀ ਜੋੜੇ ਨੇ, ਉਹ CCTV ਫੁਟੇਜ ਦੇ ਵਿੱਚ ਨੇ ਜੀ। ਉਸ ਤੋਂ ਬਾਅਦ ਉਹ ਸਤਪਾਲ ਸਿੰਘ ਨੂੰ ਲੈ ਕੇ ਉਹਦੇ ਘਰ ਚਲਾ ਗਿਆ। ਸਤਪਾਲ ਸਿੰਘ ਨੂੰ ਮੈਂ 2 ਵਾਰ ਫੋਨ ਕੀਤਾ ਹੈ। ਸਤਪਾਲ ਸਿੰਘ ਕੌਣ ਹੈ? ਸਤਪਾਲ ਸਿੰਘ ਲਾਂਗਰੀ ਹੈ ਜੀ, ਜਿਹੜਾ 80 ਦਿਨ ਸਾਡੇ ਨਾਲ ਤੇ ਸੇਵਾ ਕਰਦਾ ਰਿਹਾ, ਔਰ ਪੁਰਾਣਾ ਕਈ ਸਾਲ ਤੋਂ ਗੁਰੂ ਘਰ ਦਾ ਲੰਗਰ ਬਣਾ ਰਿਹਾ ਜੀ।
ਮੈਂ ਸਤਪਾਲ ਸਿੰਘ ਨੂੰ 2 ਵਾਰ ਫੋਨ ਕੀਤਾ ਹੈ ਕਿ ਸਤਪਾਲ ਸਿੰਘ ਤੂੰ ਠੀਕ ਹੈ, ਕਿਉਂਕਿ ਕੁਲਦੀਪ ਸਿੰਘ ਉਹਨੂੰ ਇਸ ਗੱਲ ਵਾਸਤੇ ਇਨਸਿਸਟ ਕਰ ਰਿਹਾ ਸੀ ਕਿ ਮੈਂ ਤੇਰੀ ਵੀਡੀਓ ਬਣਾਣੀ ਹੈ ਕਿ ਤੂੰ ਵੀਡੀਓ 'ਚ ਇੰਨੀ ਗੱਲ ਬੋਲ ਦੇ ਕਿ ਮੈਂ ਤੇਰੇ 10 ਥੱਪੜ ਮਾਰੇ ਨੇ, ਕਿ ਉਹ ਵੀਡੀਓ ਮੈਂ ਕਿਸੇ ਹਾਇਰ ਅਥਾਰਟੀ ਨੂੰ ਦਿਖਾਣੀ ਹੈ ਤੇ ਮੈਂ ਦੱਸਣਾ ਕਿ ਮੇਰੇ ਵਿੱਚ ਗਟਸ ਨੇ। ਇਹ ਗੱਲ ਕੁਲਦੀਪ ਸਿੰਘ ਨੇ ਕਹੀ ਹੈ। ਉਸ ਤੋਂ ਬਾਅਦ ਜਦੋਂ ਮੇਰੇ ਤੋਂ ਨਹੀਂ ਰਿਹਾ ਗਿਆ, ਮੈਂ ਕਿਹਾ ਇਹ ਗਰੀਬ ਬੰਦਾ ਹੈ, ਤੇ ਮੈਂ ਜਾਂਦਾ ਹੋਇਆ ਜਦੋਂ ਉਹਦੇ ਸਤਪਾਲ ਸਿੰਘ ਦੇ ਮੈਂ ਘਰ ਪਹੁੰਚਿਆ, ਬਿਲਕੁਲ ਸਾਹਮਣੇ ਗੁਰੂ ਘਰ ਦੇ ਸਾਹਮਣੇ ਵਾਲੀ ਗਲੀ 'ਚ ਹੈ, ਤੇ ਮੈਂ ਇਹਨੂੰ ਕਿਹਾ ਸਤਪਾਲ ਸਿੰਘ ਤੁਸੀਂ ਬਾਹਰ ਆ ਜਾਓ। ਸਤਪਾਲ ਸਿੰਘ ਬਾਹਰ ਆ ਗਿਆ, ਕੁਲਦੀਪ ਸਿੰਘ ਅੰਦਰ ਹੀ ਬੈਠਾ ਸੀ। ਮੈਂ ਕੁਲਦੀਪ ਸਿੰਘ ਤੁਸੀਂ ਵੀ ਬਾਹਰ ਆ ਜਾਓ, ਬੜੇ ਪਿਆਰ ਨਾਲ ਗੱਲ ਕਹੀ, ਕੋਈ ਗੱਲ ਨਹੀਂ। ਕਿੱਥੇ ਸੀਗੇ ਉਦੋਂ? ਇਹ ਸਤਪਾਲ ਸਿੰਘ ਦੇ ਘਰ ਬੈਠੇ ਸੀਗੇ ਜੀ। ਸਤਪਾਲ ਸਿੰਘ ਦੇ ਘਰ ਬੈਠੇ ਸੀ। ਸਤਪਾਲ ਸਿੰਘ ਦੇ ਗੇਟ ਤੋਂ ਬਾਹਰ ਨਿਕਲਦੇ ਸਰ ਮੈਂ ਖੜਾ ਸੀਗਾ, ਸਤਪਾਲ ਸਿੰਘ ਖੜਾ ਸੀ। ਇਹ ਨਾਲੋਂ ਨਾਲ ਉੱਥੋਂ ਭੱਜਿਆ, ਨਾਲੋਂ ਨਾਲ ਭੱਜਿਆ, ਨਾਲ ਗਾਲ ਕੱਢੀ। ਉਹ ਗਾਲ ਮੈਂ ਚੈਨਲ ਤੇ ਨਹੀਂ ਕੱਢ ਸਕਦਾ, ਉਹ ਮੈਂ ਥਾਣੇ 'ਚ ਲਿਖ ਕੇ ਦਿਖਾ ਦਿਆਂਗਾ, ਲਿਖ ਕੇ ਦੱਸ ਦਿਆਂਗਾ ਜੀ। ਮੈਨੂੰ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਕੁੱਟਿਆ ਗਿਆ, ਹੁਣ ਤੁਸੀਂ ਸਾਰੇ ਕੁੱਟੇ ਜਾਓਗੇ। ਫਿਰ ਗਾਲ ਕੱਢ ਕੇ ਭੱਜਿਆ ਜੀ ਉੱਥੋਂ ਦੀ। ਔਰ ਜਦੋਂ ਇਹ ਗਾਲ ਕੱਢ ਕੇ ਭੱਜਿਆ ਤੇ ਮੈਂ ਉੱਥੇ ਜਿੱਦਾਂ ਹੁਣ ਖੜਾ ਹਾਂ ਤੇ ਮੈਂ ਕਿਹਾ ਫੜੋ ਇਹਨੂੰ, ਫੜੋ। ਉਹ ਲੋਕਾਂ ਨੇ ਉਸ ਗੱਲ ਨੂੰ ਕਿਸ ਤਰੀਕੇ ਨਾਲ ਲਿਆ ਕਿ ਵੀ ਕੋਈ ਚੈਨ ਸਨੇਚਰ ਭੱਜਿਆ ਹੈ, ਕੋਈ ਚੋਰੀ ਕਰਕੇ ਭੱਜਿਆ, ਕਿਸ ਤਰੀਕੇ ਉਹ ਲੋਕਾਂ ਨੇ ਉਹਨੂੰ ਉੱਥੇ ਅੱਗੇ ਜਾ ਕੇ ਦਬੋਚ ਲਿਆ। ਦਬੋਚ ਕੇ ਉਹਨਾਂ ਨੂੰ ਪਤਾ ਸੀ ਡਾਕਟਰ ਆ ਮੈਂ, ਉਹ ਕਲੋਨੀ ਵਾਲੇ ਸਾਰੇ ਜਾਣਦੇ ਨੇ। ਮੈਂ ਮੋਰੇ ਸੀ ਤੋਂ ਮੇਰੇ ਪਿੱਛੇ ਮੇਰੀ ਦੁਕਾਨ ਤੱਕ ਲਾਇਆ ਤੇ ਉਹਨਾਂ ਨੇ ਦੁਕਾਨ ਦੇ ਬਾਹਰ ਬਿਠਾ ਕੇ ਤੇ ਇਹਨਾਂ ਨੇ ਬੰਦਿਆਂ ਨੇ ਉਹਦੇ ਜੋ ਥੱਪੜ ਮਾਰੇ ਨੇ। ਉਸ ਤੋਂ ਬਾਅਦ ਜੋ ਥੱਪੜ ਮਾਰੇ ਨੇ, ਇਹਦੀ ਪੱਗ ਗਿਰੀ ਹੈ, ਇਹਦੀ ਪੱਗ ਚੁੱਕਣ ਵਾਲਾ ਮੈਂ ਸੀ। ਉਹ ਸੀਸੀਟੀਵੀ ਫੁਟੇਜ ਵਿੱਚ ਹੈਗਾ, ਪਰ ਇਹ ਲੋਕ ਉਹਨੂੰ ਦਿਖਾ ਨਹੀਂ ਰਹੇ, ਉਹ ਅਸੀਂ ਪੁਲਿਸ ਨੂੰ ਦੇਵਾਂਗੇ। ਸੀਸੀਟੀਵੀ ਫੁਟੇਜ ਦੇ ਵਿੱਚ ਤਾਂ ਇਹ ਵੀ ਆ ਰਿਹਾ ਕਿ ਤੁਸੀਂ ਨਾਨਕ ਸਿੰਘ ਦੇ ਉੱਪਰ ਹੱਥ ਚੁੱਕਦੇ ਵੀ ਨਜ਼ਰ ਆ ਰਹੇ ਹੋ, ਉਹ ਗੱਲ ਤੁਸੀਂ ਕਹਿ ਨਹੀਂ ਰਹੇ। ਤੁਸੀਂ ਨਾਨਕ ਸਿੰਘ ਨੂੰ ਮਾਰਦੇ ਹੋਏ ਵੀ ਨਜ਼ਰ ਆ ਰਹੇ ਹੋ, ਉਹ ਗੱਲ ਤੁਸੀਂ ਅਸੈਪਟ ਨਹੀਂ ਕਰ ਰਹੇ। ਮੈਂ ਸਾਰੀ ਗੱਲ ਦੱਸਦਾ ਜੀ। ਨਾਨਕ ਸਿੰਘ ਇਹਦੇ ਨਾਲ ਹੀ ਸੀਗਾ। ਨਾਨਕ ਸਿੰਘ ਬਾਹਰ ਖੜਾ ਸੀਗਾ ਜਦੋਂ ਕੁਲਦੀਪ ਸਿੰਘ ਆਇਆ ਸੀ। ਨਾਨਕ ਸਿੰਘ ਵੀ ਇਹਦੇ ਨਾਲ ਹੀ ਹੈ ਜੀ। ਔਰ ਨਾਨਕ ਸਿੰਘ ਨੂੰ ਜਿਹੜੇ ਦੂਜੇ 2 ਮੁੰਡੇ ਸੀਗੇ ਉਹ ਫੜ ਕੇ ਲੈ ਕੇ ਆਏ ਨੇ। ਨਾਨਕ ਸਿੰਘ ਤਾਂ ਗੁਰਦੁਆਰੇ ਤੋਂ ਮੱਥਾ ਟੇਕਦੇ ਬਾਹਰ ਆਂਦਾ ਨਜ਼ਰ ਆ ਰਿਹਾ, ਉਹ ਤਾਂ ਝਗੜੇ 'ਚ ਦਿਸਦਾ ਹੀ ਨਹੀਂ ਪਿਆ। ਤੇ ਉਹ ਜੇ ਝਗੜਾ ਹੋਇਆ ਤਾਂ ਨਾਨਕ ਸਿੰਘ ਤਾਂ ਗੁਰਦੁਆਰੇ 'ਚ ਬਾਹਰ ਆਂਦਾ ਦਿਸਦਾ ਪਿਆ। ਸਿੰਘ ਜਦੋਂ ਮੈਂ ਕੁਲਦੀਪ ਸਿੰਘ ਦੇ ਘਰ ਗਿਆ ਤੇ ਸਤਪਾਲ ਸਿੰਘ ਦੀ ਗਲੀ ਦੇ ਬਾਹਰ ਹੀ ਖੜਾ ਸੀਗਾ। ਉਹ ਸਿਰਫ ਇਹ ਦੇਖ ਰਿਹਾ ਸੀਗਾ ਕਿ ਕੌਣ ਉੱਥੇ ਆ ਰਿਹਾ ਤੇ ਕੌਣ ਜਾ ਰਿਹਾ। ਉਸ ਤੋਂ ਬਾਅਦ ਨਾਨਕ ਸਿੰਘ ਗੁਰਦੁਆਰੇ ਦੇ ਅੰਦਰ ਚਲਾ ਗਿਆ ਜਦੋਂ ਭੀੜ ਪਬਲਿਕ ਉਹਨੂੰ ਕੁਲਦੀਪ ਸਿੰਘ ਨੂੰ ਫੜ ਕੇ ਲੈ ਕੇ ਆਈ ਹੈ। ਨਾਨਕ ਸਿੰਘ ਆਇਆ। ਦੇਖੋ ਜੀ ਗੱਲ ਇੱਕ, ਮੈਂ ਵੀ ਇੱਕ ਇਨਸਾਨ ਆ, ਭਾਵੇਂ ਮੈਂ ਡਾਕਟਰ ਹਾਂ, ਪਰ ਮੇਰੇ ਵੀ ਕੁਝ ਇਮੋਸ਼ਨਸ ਨੇ। 80 ਦਿਨ ਦੀ ਜਿਹੜੀ ਸੇਵਾ ਕਰਨ ਦੇ ਬਾਅਦ ਜਿਹੜਾ ਸਾਨੂੰ ਰਿਜ਼ਲਟ ਮਿਲਿਆ, ਉਹਦਾ ਸਾਨੂੰ ਬੜਾ ਰੋਸ ਸੀ ਇਸ ਗੱਲ ਦਾ। ਔਰ ਉਸ ਵੇਲੇ ਭੀੜ ਦੇ ਵਿੱਚ ਨਾਨਕ ਸਿੰਘ ਨੂੰ ਮੈਂ ਥੱਪੜ ਵੀ ਮਾਰਿਆ ਔਰ ਮੈਂ ਧੱਕਾ ਵੀ ਮਾਰਿਆ। ਤੁਸੀਂ ਮੰਨ ਰਹੇ ਹੋ? ਮੈਂ ਬਿਲਕੁਲ ਐਡਮਿਟ ਕਰਦਾ ਜੀ, ਉਹ ਸੀਸੀਟੀਵੀ ਫੁਟੇਜ ਦੇ ਵਿੱਚ ਹੈ। ਅਸੀਂ ਮਾਰਿਆ ਤੇ ਫਿਰ ਤੁਸੀਂ ਜਦ ਇੱਕ ਨਾਨਕ ਸਿੰਘ ਦੇ ਉੱਪਰ ਹਮਲਾ ਕੀਤਾ ਤੇ ਤੁਸੀਂ ਫਿਰ ਥੱਪੜ ਮਾਰਿਆ ਜੋ ਵੀ ਹੈ, ਯਾਨੀ ਕਿ ਝਗੜਾ ਯਾਨੀ ਤੁਹਾਡੇ ਧਿਰ ਵੱਲੋਂ ਹੋ ਰਿਹਾ ਸੀਗਾ ਨਾ, ਜਾਂ ਤੇ ਗੱਲ। ਫਿਰ ਇਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਵੀ ਜਿਹੜਾ ਹੈਗਾ, ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਯਾਨੀ ਕਿ ਝਗੜਾ ਤੁਹਾਡੇ ਵੱਲੋਂ ਕਰਵਾਇਆ ਗਿਆ ਸੀ? ਝਗੜਾ ਸਾਡੇ ਵੱਲੋਂ ਨਹੀਂ ਕਰਵਾਇਆ ਗਿਆ। ਝਗੜਾ ਇਹ ਅਗਰ ਮੈਂ ਝਗੜੇ ਦੇ ਹੱਕ ਵਿੱਚ ਹੁੰਦਾ ਤੇ ਮੈਂ 14 ਤਰੀਕ ਕੰਪਲੇਂਟ ਨਹੀਂ ਦੇ ਕੇ ਆਂਦਾ ਔਰ ਨਾ ਹੀ ਮੈਂ ਮੀਡੀਆ ਚੈਨਲ ਨੂੰ ਕਾਲ ਕਰਦਾ। ਇਹ ਝਗੜਾ ਜਿਹੜਾ ਸੀ ਇਹ ਇਹਨਾਂ ਦਾ ਆਪਸ ਦਾ ਇੱਕ ਵਰਚਸਵ ਦੀ ਲੜਾਈ ਹੈ ਗੁਰਦੁਆਰੇ ਦੀ ਕਮੇਟੀ ਦੀ, ਪਰ ਸਾਡਾ ਕਮੇਟੀ 'ਚ ਕੋਈ ਲੈਣ ਦੇਣ ਨਹੀਂ ਹੈਗਾ। ਇਹ ਦੂਸਰੀ ਗੱਲ ਹੈ, ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਉਹਦੇ ਵਿੱਚ ਕਿ ਵੀ ਇਹਨਾਂ ਨੇ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ। ਮੈਂ ਮੀਡੀਆ ਦੇ ਥਰੂ ਇਹ ਗੱਲ ਪੁੱਛਦਾ ਹਾਂ ਕਿ ਕੁਲਦੀਪ ਸਿੰਘ ਮੈਨੂੰ ਕਿੰਨੇ ਸਮੇਂ ਤੋਂ ਜਾਣਦਾ ਹੈ? ਅਗਰ ਉਹ ਕਹਿੰਦਾ ਹੈ ਕਿ ਮੈਨੂੰ 10 ਸਾਲ ਤੋਂ 5 ਸਾਲ ਤੋਂ ਜਾਣਦਾ ਹੈ, ਹੁਣ ਤੁਸੀਂ ਸਿੰਘ ਸਾਹਿਬ ਤੁਸੀਂ ਮੇਰੇ ਸਾਹਮਣੇ ਆ ਕੇ ਬੈਠੇ ਹੋ, ਤੁਸੀਂ ਮੈਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ, ਮੈਂ ਤੁਹਾਨੂੰ ਦੱਸ ਦਿੱਤਾ। ਅਗਰ ਮੈਂ ਤੁਹਾਨੂੰ ਪੁੱਛਾਂਗਾ ਤਾਂ ਹੀ ਤੁਸੀਂ ਮੈਨੂੰ ਦੱਸੋਗੇ ਨਾ। ਤੇ ਮੈਨੂੰ ਥੋੜਾ ਜਿਹਾ ਮੈਨੂੰ ਪਹਿਲੇ ਇਹ ਕਲੀਅਰ ਕਰ ਦਿਓ ਕਿ ਵੀ ਤੁਸੀਂ, ਕਿਉਂਕਿ ਨਾ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਬੜੀ ਨਾ ਕਿਉਂਕਿ ਤੁਹਾਡਾ ਨਾਮ ਜੋ ਹੈ HS ਰਿਆਤ ਕਰਕੇ ਡਾਕਟਰ ਕਿਹਾ ਜਾ ਰਿਹਾ, ਤੇ ਰਿਆਤ ਤੋਂ ਕੋਈ ਤੁਹਾਨੂੰ ਮੁਸਲਮਾਨ ਸਮਝ ਰਿਹਾ, ਕੋਈ ਕੁਝ ਸਮਝ ਰਿਹਾ। ਮੈਨੂੰ ਆਪਣਾ ਜਿਹੜਾ ਰਿਲੀਜਨ ਹੈਗਾ ਤੁਸੀਂ ਪਲੀਜ਼ ਉਹ ਕਲੀਅਰ ਕਰ ਦਿਓ, ਤਾਂ ਕਿ ਕੋਈ ਕਾਮਨਲ ਜਿਹੜਾ ਵਿਵਾਦ ਹੈਗਾ ਨਾ ਉਹਦਾ ਉਹ ਜੋ ਹੈ ਮੈਂ ਚਾਹਾਂਗਾ ਕੈਮਰੇ 'ਚ ਇੱਕ ਵਾਰੀ ਦੇਖੋ। ਇਹ ਮੇਰੀ ਫੋਟੋ ਹੈ ਜੀ। ਨਹੀਂ ਤੁਸੀਂ ਦੇਖ ਲਓ ਸਰ, ਤੁਸੀਂ ਦੇਖ ਲਓ ਸਰਦਾਰ ਹੈ, ਤੁਸੀਂ ਦਸਤਾਰ ਦੇ ਵਿੱਚ ਨਜ਼ਰ ਆ ਰਹੀ ਹੈ। ਔਰ ਮੈਂ ਗੁਰੂ ਘਰ 'ਚ ਹੀ ਫੇਰੇ ਲਏ ਨੇ ਜੀ। ਤੁਸੀਂ ਬਾਏ ਧਰਮ, ਤੁਸੀਂ ਬਾਏ ਰਿਲੀਜਨ ਤੁਸੀਂ ਸਿੱਖ ਹੋ? ਮੈਂ ਬਿਲਕੁਲ ਸਿੱਖ ਫੈਮਿਲੀ ਨਾਲ ਬਿਲੋਂਗ ਕਰਦਾ। ਕਲੀਅਰ ਕਰ ਦਈਏ ਕਿ ਇਹ ਜੋ ਮਾਮਲਾ ਜੋ ਹੈ ਕੋਈ ਸਿੱਖ ਹਿੰਦੂ ਦਾ ਜਾਂ ਕੋਈ ਸਿੱਖ ਮੁਸਲਮਾਨ ਦਾ ਮਾਮਲਾ ਨਹੀਂ ਹੈਗਾ। ਇਹ ਕਲੀਅਰ ਇੱਕ ਗੁਰੂ ਘਰ ਦੇ ਵਿੱਚ 2 ਧਿਰਾਂ ਦਾ, 2 ਸੰਗਤ ਦੇ ਵਿੱਚ ਨਹੀਂ, ਗੁਰੂ ਘਰ ਦੇ ਬਾਹਰ 2 ਧਿਰਾਂ ਦੀ ਲੜਾਈ ਹੈ। ਹਾਂ, ਗੁਰੂ ਘਰ ਦਾ ਚ ਕੋਈ ਲੈਣ ਦੇਣ ਨਹੀਂ ਹੈ ਸਰ। ਮੈਂ ਮਾਫੀ ਮੰਗਦਾ ਇਸ ਗੱਲ ਦੀ ਕਿ 2 ਧਿਰਾਂ ਦਾ ਇਸ ਮੁੱਦੇ ਨੂੰ ਗੁਰੂ ਘਰ ਨਾਲ ਜੋੜਿਆ ਜਾ ਰਿਹਾ ਹੈ। ਮੈਂ ਕਲੀਅਰ ਕਰ ਦਿੰਦਾ ਕਿ ਇਹ ਜਿਹੜਾ ਮਾਮਲਾ ਹੈਗਾ 2 ਧਿਰਾਂ ਦੀ ਇੱਕ ਲੜਾਈ ਦਾ ਝਗੜਾ ਹੈਗਾ ਔਰ ਦੋਨੋਂ ਇੱਕੋ ਧਰਮ ਤੋਂ ਦੱਸੇ ਜਾ ਰਹੇ, ਪਰ ਸਾਡੇ ਨਾਲ ਡਾਕਟਰ ਸਾਹਿਬ ਕਹਿ ਰਹੇ ਕਿ ਮੈਂ ਸਿੱਖ ਹਾਂ, ਭਾਵੇਂ
ਕਿ ਅੱਜ ਉਹ ਸਿੱਖੀ ਸਰੂਪ ਦੇ ਵਿੱਚ ਨਹੀਂ ਦਿਸਦੇ। ਬਿਲਕੁਲ ਇਸ ਗੱਲ ਨੂੰ ਤੁਸੀਂ ਮੰਨਦੇ ਹੋ? ਉਸ ਚੀਜ਼ ਮੈਂ ਸਿੱਖੀ ਸਰੂਪ ਵਿੱਚ ਨਹੀਂ ਆ, ਉਸ ਚੀਜ਼ ਦੀ ਗਵਾਹੀ ਮੇਰੀ ਸਾਰੀ ਕਲੋਨੀ ਦੇ ਸਕਦੀ ਹੈ, ਮੇਰੇ ਉੱਪਰ ਬਾਬੇ ਨਾਨਕ ਦੀ ਲੱਗੀ ਫੋਟੋ ਵੀ ਦੇ ਸਕਦੀ ਹੈ, ਔਰ ਮੇਰੇ ਜਿਸ ਤਰੀਕੇ ਨਾਲ ਅਸੀਂ 80 ਦਿਨ ਸੇਵਾ ਕੀਤੀ ਹੈ ਉਹ ਵੀ। ਇੱਕੋ ਧਰਮ, ਦੋਨੋਂ ਜਿਹੜੇ ਇੱਕੋ ਧਰਮ ਦੇ ਆਪਾਂ ਇਹ ਗੱਲ ਮੰਨ ਲੈਂਦੇ ਆ। ਮੁੱਦਾ ਬਣਾਇਆ ਜਾ ਰਿਹਾ ਹੈ, ਮੁੱਦਾ ਸਿਰਫ ਇਸ ਕਰਕੇ ਬਣਾਇਆ ਜਾ ਰਿਹਾ ਹੈ ਕਿਉਂਕਿ ਰਨੌਲਾ ਥਾਣੇ ਦੇ ਵਿੱਚ ਜਾ ਕੇ ਇਹ ਉਦਣ ਰਾਤ ਨੂੰ ਜਿੱਦਣ ਇਹ ਝਗੜਾ ਹੋਇਆ ਹੈ ਉੱਥੇ ਕੰਪਰੋਮਾਈਜ਼ ਕਰਕੇ ਆਏ ਨੇ, ਉਹਦਾ ਲੈਟਰ ਸਾਡੇ ਕੋਲ ਪਿਆ ਹੈ। ਮੈਂ ਤੁਹਾਡੇ ਤੋਂ ਇਹ ਗੱਲ ਦੀ ਜਾਣਨਾ ਚਾਹਾਂਗਾ ਕਿ ਤੁਸੀਂ ਕਹਿ ਰਹੇ ਹੋ ਕਿ ਵੀ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਮੈਂ ਸਿੱਖ ਹੈਗਾ ਵਾਂ, ਠੀਕ ਹੈ, ਚਲੋ ਠੀਕ ਹੈ, ਆਪਾਂ ਸਰੂਪ ਵੱਲ ਨਹੀਂ ਜਾਂਦੇ, ਠੀਕ ਹੈ, ਪਰ ਜੇ ਤੁਸੀਂ ਸਿੱਖ ਹੈਗੇ ਹੋ, ਤੁਹਾਡੇ ਸਾਹਮਣੇ ਸਿੱਖ ਭਰਾ ਦੀ ਜਿਹੜੀ ਦਸਤਾਰ ਉਤਰ ਰਹੀ, ਉਹਦੇ ਕੇਸਾਂ ਨੂੰ ਫੜ ਕੇ ਉਹਦੀ ਬੇਅਦਬੀ ਕੀਤੀ ਜਾ ਰਹੀ, ਉਹਨੂੰ ਕੁੱਟਿਆ ਜਾ ਰਿਹਾ, ਕਿ ਬਤੌਰ ਤੁਹਾਡੇ ਅੰਦਰ ਦਾ ਸਿੱਖੀ ਨਹੀਂ ਜਾਗਦੀ? ਤੁਸੀਂ ਕਾਹਦੇ ਫਿਰ ਸਿੱਖ ਰਹਿ ਗਏ? ਮੈਂ ਉਸ ਗੱਲ ਦਾ ਤੁਹਾਨੂੰ ਜਵਾਬ ਦਿਆਂਗਾ। ਉੱਥੇ ਮੈਂ ਇਕੱਲਾ ਹੀ ਸਿੱਖ ਨਹੀਂ ਖੜਾ ਸੀ, ਉੱਥੇ ਸਤਪਾਲ ਸਿੰਘ ਵੀ ਖੜਾ ਸੀ, ਉੱਥੇ ਗੁਰਦੁਆਰੇ ਦੇ ਭਾਈ ਸਾਹਿਬ ਵੀ ਖੜੇ ਸੀ, ਉੱਥੇ ਸੁਰਮੁਖ ਸਿੰਘ ਵੀ ਖੜਾ ਸੀਗਾ, ਉੱਥੇ ਕਈ ਮਾਮਲਾ ਤੁਹਾਡੇ ਤੇ ਆ ਰਿਹਾ ਨਾ ਜੀ, ਮਾਮਲਾ ਸਤਪਾਲ ਸਿੰਘ ਤੇ ਸੁਰਮੁਖ ਸਿੰਘ ਤੇ ਨਹੀਂ ਆਇਆ, ਮਾਮਲਾ ਡਾਕਟਰ ਐਚ.ਐਸ. ਰਿਆਤ ਤੇ ਆਇਆ। ਮੈਨੂੰ ਤੁਸੀਂ ਸਵਾਲ ਕੀਤਾ ਕਿ ਮੇਰੇ ਅੰਦਰ ਦਾ ਸਰਦਾਰ ਸਿੱਖ ਨਹੀਂ ਜਾਗਿਆ, ਤੇ ਉਹ ਸਾਰੇ ਹੀ ਸਿੱਖ ਉੱਥੇ ਖੜੇ ਸੀਗੇ, ਉਹ ਸਾਰੇ ਸਿੱਖ ਖੜੇ ਸੀ, ਔਰ ਸਭ ਨੂੰ ਪਤਾ ਸੀਗਾ ਕਿ ਜੋ ਕੁਝ ਉੱਥੇ ਹੋ ਰਿਹਾ ਹੈ ਉਹ ਮੇਰਾ ਕੀਤਾ ਕਰਾਇਆ ਨਹੀਂ ਹੈ, ਉਹ ਪਬਲਿਕ ਨੇ ਕੀਤਾ ਜੋ ਕੁਝ ਕੀਤਾ ਹੈ। ਔਰ ਮੈਂ ਮੇਰਾ ਮੀਡੀਆ ਦੇ ਰਸਤੇ ਇਹ ਵੀ ਗੱਲ ਪੁੱਛਣਾ ਚਾਹਾਂ, ਪਬਲਿਕ ਨੇ ਕੀਤਾ ਸਰ? ਜਿਹੜੀ ਇੱਥੇ ਉਦੋਂ ਬਾਜ਼ਾਰ ਲੱਗਿਆ ਹੋਇਆ ਸੀ ਸਰ, ਬਾਜ਼ਾਰ ਲੱਗਿਆ ਹੋਇਆ ਸੀ, ਬਾਜ਼ਾਰ 'ਚ ਵੀ ਪਬਲਿਕ ਆਈ ਹੈ ਸਰ, ਬਾਜ਼ਾਰ ਦੇ ਵਿੱਚ ਇੱਥੇ ਆਸ-ਪਾਸ ਦੇ ਲੋਕ ਸੀਗੇ ਸਰ। ਹੁਣ ਸਭ ਦੇ ਮੂੰਹ ਤੇ ਤਾਂ ਜਿੱਦਾਂ ਇਹ ਮਾਸਕ ਲੱਗੇ ਹੋਏ ਨੇ, ਤੁਹਾਡੇ ਵੀ ਮੇਰੇ ਤੇ ਕੀ? ਤੁਸੀਂ ਮੈਨੂੰ ਕਾਲ ਤੇ ਕਹਿ ਰਹੇ ਸੀਗੇ ਕਿ ਇਲਾਕੇ ਦੀ ਸੰਗਤਾਂ ਨੇ ਇਹ ਕਾਰਵਾਈ ਕੀਤੀ ਹੈ। ਮੈਂ ਸਵਾਲ ਜਾ ਕੇ ਪ੍ਰਧਾਨ ਸਾਹਿਬ ਨੂੰ, ਤੁਸੀਂ ਮੈਨੂੰ ਕਾਲ ਤੇ ਕਹੀ ਹੈ ਕਿ ਵੀ ਇਲਾਕੇ ਦੀ ਸੰਗਤਾਂ ਨੇ। ਨਹੀਂ, ਬਿਲਕੁਲ ਸਰ, ਦੇਖੋ ਜਿਹੜੀ ਗੱਲ ਹੈ, ਜਦੋਂ ਮੇਰਾ ਤੁਹਾਨੂੰ ਫੋਨ ਗਿਆ ਉਦੋਂ ਤੱਕ ਇਹ ਐਪੀਸੋਡ ਨਹੀਂ ਹੋਇਆ ਸੀ। ਜਦੋਂ ਮੈਂ ਤੁਹਾਨੂੰ ਫੋਨ ਕੀਤਾ, ਅੱਜ ਦੀ ਗੱਲ ਕਰ ਰਿਹਾ, ਜਦੋਂ ਆਪਾਂ ਇੰਟਰਵਿਊ ਲੈਣ ਤੋਂ ਪਹਿਲੇ ਤੁਹਾਡੇ ਨਾਲ ਜਦੋਂ ਮੇਰੀ ਗੱਲ ਹੋਈ ਆ, ਤੁਸੀਂ ਮੈਨੂੰ ਕਿਹਾ ਕਿ ਇਲਾਕੇ ਦੇ ਜਿਹੜੇ ਲੋਕ ਸੀਗੇ, ਜਿਹੜੇ ਇਹਨਾਂ ਦੀ ਚੌਧਰਾਹਟ ਤੋਂ ਦੁਖੀ ਸੀਗੇ, ਉਹਨਾਂ ਨੇ ਆ ਕੇ ਕਾਰਵਾਈ ਕੀਤੀ ਆ। ਤੁਸੀਂ ਮੈਨੂੰ ਕਿਹਾ ਨਹੀਂ ਸਰ, ਤੁਸੀਂ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਕਾਰਵਾਈ ਕੀਤੀ। ਸਰ ਹੁਣ ਮੈਂ ਤਾਂ ਜਿਹੜੇ ਬੰਦੇ ਇਲਾਕੇ 'ਚ ਰਹਿ ਰਹੇ ਨੇ ਤਾਂ ਇਲਾਕੇ ਦੇ ਬੰਦੇ ਹੀ ਕਵਾਂਗਾ ਨਾ। ਚਲੋ ਇਲਾਕੇ ਦੇ ਲੋਕਾਂ ਨੇ, ਚਲੋ ਇਹ ਗੱਲ ਤੇ ਖੜੇ ਹੋ ਨਾ ਤੁਸੀਂ ਕਿ ਇਲਾਕੇ ਦੇ, ਨਹੀਂ ਮੈਨੂੰ ਇਹ ਗੱਲ ਤੇ ਖੜੇ ਹੋ ਕਿ ਇਲਾਕੇ ਦੇ ਲੋਕਾਂ ਖੜਾ, ਬਿਲਕੁਲ ਖੜਾ, ਬਿਲਕੁਲ ਖੜਾ। ਪ੍ਰਧਾਨ ਸਾਹਿਬ ਕਹਿ ਰਹੇ ਆ ਕਿ ਵੀ ਮੈਂ 2006 ਤੋਂ ਇਸ ਇਲਾਕੇ 'ਚ ਰਹਿੰਦਾ, ਉਹ ਜਿਹੜੇ ਲੋਕ ਨੇ ਮੈਂ ਕਦੀ 3 ਕਿਲੋਮੀਟਰ ਦੇ ਦਾਇਰੇ 'ਚ ਕਦੀ ਨਹੀਂ ਦੇਖੇ ਜਿਹੜੇ ਲੋਕਾਂ ਨੇ ਕੁੱਟਮਾਰ ਕੀਤੀ ਹੈ। ਇਸ ਗੁਰੂ ਘਰ ਦੇ ਪਿਛਲੇ ਸਾਈਡ ਤੋਂ ਪਿਛਲੇ 7 ਸਾਲ 'ਚ ਰਹਿਣਾ ਮੈਂ, ਕੁਲਦੀਪ ਸਿੰਘ ਨੂੰ 7 ਸਾਲਾਂ 'ਚ ਕਦੀ ਗੁਰੂ ਘਰ 'ਚ ਨਹੀਂ ਦੇਖਿਆ। ਇਸ ਗੱਲ ਦੇ ਮੇਰੇ ਕੋਲ ਵੀ ਇਹ ਜਵਾਬ ਨੇ, ਕਿਸੇ ਵੀ ਬੰਦੇ ਨੇ ਅਸੀਂ ਜਿਹੜੀ 80 ਦਿਨ ਦੀ ਸੇਵਾ ਕੀਤੀ ਹੈ, ਅਸੀਂ ਮੈਂਬਰ ਹੀ ਪਹਿਲੀ ਵਾਰ ਵੇਖੇ ਨੇ ਗੁਰੂ ਘਰ ਦੇ ਵਿੱਚ। ਕੁਲਦੀਪ ਸਿੰਘ, ਉਹ ਦੂਜਾ ਉਹਦਾ ਮੈਨੂੰ ਪੂਰਾ ਉਹਦਾ ਬੱਚੇ ਦਾ ਨਾਮ ਨਹੀਂ ਪਤਾ, ਮੌਂਟੂ ਕਹਿੰਦੇ ਨੇ ਉਹਨੂੰ। ਔਰ ਮੈਂ ਸਿਰਫ ਅਗਰ ਦੇਖਿਆ ਹੈ ਇੱਥੇ ਇਹਨਾਂ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ, ਜੋ ਸਿਰਫ ਇੱਕ ਆਪਾਂ ਕਹਿ ਸਕਦੇ ਹਾਂ ਕਿ ਵਾਕਈ ਹੀ ਉਹ ਬੰਦਾ ਇਸ ਗੁਰੂ ਘਰ ਨੂੰ ਸੰਭਾਲ ਰਿਹਾ ਹੈ, ਸਰਦਾਰ ਦਲਜੀਤ ਸਿੰਘ ਦਾ ਨਾਮ ਬੜਾ ਮੈਂ ਇੱਜ਼ਤ ਨਾਲ ਲਵਾਂਗਾ। ਔਰ ਉਹਨਾਂ ਦਾ ਜੋ ਉਹਨਾਂ ਦੀ ਮਦਦ ਕਰਕੇ ਹੀ ਸਾਡੀ 80 ਦਿਨ ਦੀ ਸੇਵਾ ਸਫਲ ਹੋਈ ਸੀ। ਢੇਰਬਾ ਜੀ ਤਾਂ ਆ ਗਈ ਨਾ, ਕਿਉਂਕਿ ਉਹ ਤੁਹਾਡੀ ਸਪੋਰਟ ਕਰ ਰਹੇ ਆ, ਉਹ ਉਹਨਾਂ ਨੂੰ ਪਸੰਦ ਨਹੀਂ, ਉਹ ਕਹਿ ਰਹੇ ਅਸੀਂ ਦਲਜੀਤ ਸਿੰਘ ਨੂੰ ਟਰਮੀਨੇਟ ਕਰਤਾ, ਉਹ ਕਹਿ ਰਹੇ ਅਸੀਂ ਦਲਜੀਤ ਸਿੰਘ ਨੂੰ ਟਰਮੀਨੇਟ ਕਰਤਾ। ਸਰ ਇਹ ਮੈਟਰ ਜਿਹੜਾ ਹੈਗਾ ਇਹ ਗੁਰੂ ਘਰ ਦਾ ਨਹੀਂ ਹੈ, ਮੈਂ ਤੁਹਾਨੂੰ ਫਿਰ ਵੀ ਕਹਿ ਰਿਹਾ, ਇਹ ਮੈਟਰ ਜਿਹੜਾ ਹੈਗਾ ਇਹ ਮੈਨੂੰ ਗਾਲ ਕੱਢ ਕੇ ਭੱਜਿਆ ਹੈ, ਉਹਦੇ ਬਾਅਦ ਦਾ ਐਕਸ਼ਨ ਦਾ ਰਿਐਕਸ਼ਨ ਹੋਇਆ ਹੈ। ਗੁਰੂ ਘਰ ਦਾ ਮੈਟਰ ਜਿਹੜਾ ਸੀਗਾ ਉਹ ਜਦੋਂ ਇੱਕ ਦਿਨ ਪਹਿਲਾਂ ਮੈਂ ਮਿਲਿਆ, ਮੈਂ ਪੀਪੀ ਕਿੱਟ ਪਾਈ ਹੋਈ ਸੀ ਸਭ ਦੇ ਸਾਹਮਣੇ, ਮੈਂ ਇਹਨਾਂ ਨੂੰ ਸਟੋਰ ਦੀਆਂ ਚਾਬੀਆਂ ਸਭ ਫੜਾ ਕੇ ਆਇਆ, ਕੁਲਦੀਪ ਸਿੰਘ ਨੂੰ ਵੀ ਸਤਿ ਸ੍ਰੀ ਅਕਾਲ ਕਰਕੇ ਆਇਆ, ਸਾਰੇ ਇੱਥੇ ਖੜੇ ਸੀ, ਉਹ ਸੀਸੀਟੀਵੀ ਰਿਕਾਰਡਿੰਗ ਤੁਸੀਂ ਕਢਾ ਕੇ ਦੇਖ ਲੈਣਾ। ਕਿਸੇ ਨਾਲ ਕੋਈ ਮਲਾਲ ਮਨ ਦੇ ਵਿੱਚ ਨਹੀਂ ਸੀ, ਪਰ ਸਿਰਫ ਇਹ ਗੱਲ ਸੀਗੀ ਕਿ ਪੁਲਿਸ ਨੇ ਐਕਸ਼ਨ ਨਹੀਂ ਕੀਤਾ। ਮੈਂ ਅਕਾਲ ਸਾਹਿਬ ਚੈਨਲ 'ਚ ਫੋਨ ਕੀਤਾ ਸੀ, ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ। ਮੈਂ ਵੀ ਇਹ ਕਹਾਂਗਾ ਨਹੀਂ ਮੇਰੀ ਸੁਣਵਾਈ ਕੀਤੀ। ਮੈਂ ਤੁਹਾਡੀ ਸੁਣਨ ਨਹੀਂ ਤਾਂ ਆਇਆ ਸਰ, ਅੱਜ ਆਏ ਹੋ ਜਦੋਂ ਬਹੁਤ ਲੇਟ ਹੋ ਗਿਆ। ਮੈਂ ਅੱਜ ਹੀ ਆਇਆ, ਉਹਨਾਂ ਕੋਲ ਵੀ ਮੈਂ ਅੱਜ ਹੀ ਪੱਖ ਲੈਣ ਆਇਆ। ਮੈਂ ਨਹੀਂ ਤੇ ਮੈਂ ਉਹਨਾਂ ਦਾ ਵੀ, ਉਦੋਂ ਤੱਕ ਤੁਸੀਂ 17 ਤਰੀਕ ਨੂੰ ਜਦੋਂ ਕਾਲ ਕੀਤੀ ਸੀ ਉਦੋਂ ਤੱਕ ਕੋਈ ਘਟਨਾ ਨਹੀਂ ਸੀ ਹੋਈ, ਐਸੀ ਕੋਈ ਪੰਥਕ ਮਸਲਾ ਨਹੀਂ ਸੀ ਹੋਇਆ। ਮੈਨੂੰ ਤੁਸੀਂ ਇਹ ਦੱਸੋ ਨਾ, ਜਦੋਂ ਤੁਸੀਂ 17 ਤਰੀਕ ਨੂੰ ਮੈਨੂੰ ਕਾਲ ਕੀਤੀ ਕਿ ਉਦੋਂ ਤੱਕ ਕਿਸੇ ਦੀ ਦਸਤਾਰ ਦੀ ਬੇਅਦਬੀ ਹੋਈ ਸੀ, ਕਿ ਉਦੋਂ ਤੱਕ ਕਿਸੇ ਦੇ ਕੇਸਾਂ ਦੀ ਬੇਅਦਬੀ ਹੋਈ ਸੀ, ਅਸੀਂ ਫਿਰ ਕਿਉਂ ਆਈਏ ਤੁਹਾਡੇ ਕੋਲ 45 ਕਿਲੋਮੀਟਰ ਦੂਰ? ਆਪਾਂ ਦੇਖੋ ਜੀ, ਅਕਾਲ ਚੈਨਲ ਇੱਕ ਵੱਡਾ ਇੱਕ ਅਦਾਰਾ ਹੈਗਾ, ਕਿਹੜੀ ਕਮੇਟੀ ਦੇ ਵਿੱਚ ਡਿਸਪਿਊਟ ਨਹੀਂ ਹੈਗੇ ਆਪਸ ਦੇ ਵਿੱਚ। ਤੁਸੀਂ ਮੈਨੂੰ ਏਦਾਂ ਕਿੱਦਾਂ ਕਹਿ ਸਕਦੇ ਹੋ ਕਿ ਅਕਾਲ ਚੈਨਲ ਤੁਹਾਡੀ ਸੁਣਨ ਨਹੀਂ ਆਇਆ? ਅੱਜ ਮੈਂ ਤੁਹਾਡੇ ਕੋਲ ਤੁਹਾਡੀ ਸੁਣਨ ਨਹੀਂ ਤਾਂ ਬੈਠਾ। ਮੈਂ ਕਹਿ ਰਿਹਾ, ਅਗਰ ਮੈਂ ਤੁਹਾਨੂੰ ਉਦੋਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਹਾਇਰ ਅਥਾਰਟੀ ਨਾਲ ਗੱਲ ਕਰਕੇ ਗੁਰਦੁਆਰੇ ਦੇ ਮੈਟਰ ਵਿੱਚ ਆਓ, ਪਰ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਕਿ ਡਾਕਟਰ ਸਾਹਿਬ, ਤੁਸੀਂ ਮੇਰੀ ਗੱਲ ਤਾਂ ਸੁਣ ਲਓ, ਮੈਂ ਵੀ ਕਹਿ ਰਿਹਾ, ਤੁਸੀਂ ਮੈਨੂੰ ਇਹ ਗੱਲ ਕਹੀ ਕਿ ਡਾਕਟਰ ਸਾਹਿਬ ਕੋਈ ਗੱਲ ਨਹੀਂ, ਕਿ ਇਹ ਹਲੇ ਲਾਕਡਾਊਨ ਚੱਲ ਰਿਹਾ ਤੇ ਬੈਠ ਕੇ ਇਹਨੂੰ ਸੌਟ ਆਊਟ ਕਰ ਲਾਂਗੇ। ਮੈਂ ਗੱਲ ਕਹਿ, ਤੁਸੀਂ ਮੈਨੂੰ ਤੇ ਨਾ, ਤੁਸੀਂ ਮੈਨੂੰ ਇਹ ਵੀ ਕਿਹਾ ਸੀਗਾ ਕਿ ਜੀ ਕਿ ਗੁਰੂ ਘਰ ਖੋਲਣ ਨਹੀਂ ਦੇ ਰਹੇ, ਮੈਂ ਧਰਨਾ ਲਾਣਾ ਚਾਹੁੰਦਾ, ਤੇ ਮੈਂ ਤੁਹਾਨੂੰ ਇਹ ਗੱਲ ਦਾ ਜਵਾਬ ਕੀ ਦਿੱਤਾ ਸੀਗਾ? ਇਹ ਦੱਸੋ ਕਿ ਤੁਸੀਂ ਧਰਨਾ ਲਾਓ। ਮੈਂ ਤੁਹਾਨੂੰ ਆਹ ਕਹੀ ਸੀ ਬਿਲਕੁਲ ਕਿ ਤੁਸੀਂ ਧਰਨਾ ਲਾਓ, ਜੇ ਤੁਹਾਡੇ ਧਰਨੇ ਦੇ ਵਿੱਚ ਕੋਈ ਤੁਹਾਡੇ ਨਾਲ ਬਦਸਲੂਕੀ ਹੋਏਗੀ ਤੇ ਅਕਾਲ ਚੈਨਲ ਤੁਹਾਡੇ ਨਾਲ ਖੜਾ ਹੋਏਗਾ। ਪਰ ਇਹ ਬਿਲਕੁਲ ਕਿਹਾ ਸਰ, ਬਿਲਕੁਲ ਕਿਹਾ। ਤੇ ਜਦ ਅੱਜ ਉਹਨਾਂ ਦੇ ਨਾਲ ਜਦ ਬਦਸਲੂਕੀ ਹੋਈ, ਕੇਸਾਂ ਦੀ ਬੇਅਦਬੀ ਹੋਈ, ਤੇ ਅੱਜ ਅਸੀਂ ਕਿਉਂ ਨਹੀਂ ਖੜਾਂਗੇ ਉਸ ਵੀਰ ਦੇ ਨਾਲ? ਔਰ ਅਸੀਂ ਦੋਨਾਂ ਦੇ ਨਾਲ ਖੜੇ ਆ। ਜੇ ਮੰਨ ਲਓ ਮਾਮਲਾ ਕਿਤੇ ਬਾਹਰ ਦਾ ਹੁੰਦਾ, ਇਸ ਤੋਂ ਪਹਿਲੇ ਅਸੀਂ ਬੜੇ
ਲੋਕਾਂ ਦੇ ਨਾਲ ਕੀਤਾ ਕਿ ਜੋ ਕੇਸਾਂ ਦੀ ਬੇਅਦਬੀ ਹੁੰਦੀ ਆ ਉੱਥੋਂ ਬਾਹਰ ਦੇ ਲੋਕ ਆ ਕੇ ਕਰਕੇ ਜਾਂਦੇ, ਆਪਾਂ ਉਹਦਾ ਪੱਖ ਨਹੀਂ ਲੈਂਦੇ, ਆਪਾਂ ਉਹਦਾ ਪੱਖ ਲੈਂਦੇ ਕਿਉਂਕਿ ਜਿਹੜਾ ਵਿਕਟਿਮ ਸਾਡਾ ਸਿੱਖ ਵੀਰ ਹੁੰਦਾ, ਦੂਜਾ ਅਨਆਇਡੈਂਟੀਫਾਈਡ ਬੰਦਾ ਹੁੰਦਾ, ਅਨਨੋਨ ਪਰਸਨ ਹੁੰਦਾ। ਪਰ ਕਿਉਂਕਿ ਤੁਸੀਂ ਗੁਰੂ ਦੀ ਇਸ ਗੁਰੂ ਘਰ ਦੀ ਸੰਗਤ ਦੇ ਵਿੱਚ ਆਉਂਦੇ ਹੋ, ਸੇਵਾਵਾਂ ਕੀਤੀ ਹੈ, ਔਰ ਮੈਨੂੰ ਇਹ ਪਤਾ ਲੱਗਾ ਕਿ ਤੁਸੀਂ 2-3 ਮਹੀਨੇ ਤੋਂ ਲੰਗਰ ਸੇਵਾਵਾਂ ਚਲਾ ਰਹੇ ਸੀਗੇ ਗੁਰੂ ਘਰ ਦੇ ਸਹਿਯੋਗ ਦੇ ਨਾਲ। ਆ ਗੁਰੂ ਘਰ ਦਾ ਸਰ ਸਾਨੂੰ ਤੁਹਾਡੀ ਉਸ ਸੇਵਾਵਾਂ ਨੂੰ ਮੈਂ ਲੱਖ ਸਲਾਮ ਕਰਦਾ ਵਾਂ, ਸਰ ਦੇਖੋ ਮੈਂ ਲੱਖ ਸਿਜਦਾ ਕਰਦਾ। ਬਹੁਤ ਅੱਛੀ ਗੱਲ ਹੈ ਤੁਸੀਂ ਸੇਵਾਵਾਂ ਕੀਤੀਆਂ, ਪਰ ਮੈਨੂੰ ਉਹ ਤਾਂ ਮਿਲ ਗਿਆ ਜੀ, ਜਿਹੜਾ ਸਲਾਮ ਸਾਨੂੰ ਮਿਲਣਾ। ਮੈਂ ਇਹ ਇਸੇ ਗੱਲ ਦਾ ਕਹਿ ਰਿਹਾ ਨਾ ਕਿ ਉਹਨਾਂ ਸੇਵਾਵਾਂ ਤੁਸੀਂ ਕੀਤੀਆਂ, ਬਹੁਤ ਵਧੀਆ ਗੱਲ ਆ, ਪਰ ਕਿਉਂ ਇਹ ਜੋ ਤੁਹਾਡਾ ਝਗੜਾ ਸੀਗਾ 2-13 ਦਾ, ਇਹ ਕੇਸਾਂ ਦੀ ਔਰ ਦਸਤਾਰ ਦੀ ਬੇਅਦਬੀ ਤੇ ਆ ਕੇ ਕਿਉਂ ਖਤਮ ਹੋਇਆ? ਮੈਂ ਤੁਹਾਨੂੰ ਇੱਕ ਚੈਨਲ ਪੁੱਛਾਂਗਾ, ਗੱਲ ਮੈਂ ਪੁੱਛਾਂਗਾ ਤੁਹਾਨੂੰ ਸਰ। ਇੱਕ ਸਿੱਖ ਬੰਦਾ, ਮੈਂ ਖੁਦ ਸਿੱਖ ਹਾਂ, ਤੁਸੀਂ ਵੀ ਹੋ, 1-2 ਸਿੱਖ ਜਾਂ 4 ਸਿੱਖ ਬੰਦਿਆਂ ਨੂੰ ਇਹ ਰਾਈਟ ਹੈ ਕਿਸੇ ਵੀ ਭਾਵੇਂ ਸਹਿਜਧਾਰੀ ਭਾਵੇਂ ਮੁੰਨਾ, ਉਹਨੂੰ ਫੜ ਕੇ ਉਹਦੇ ਬਾਲਾਂ ਤੋਂ ਘੜੀਸ ਕੇ ਉਹਨੂੰ ਕੁੱਟ ਲਓ, ਇਹ ਉਹਨਾਂ ਨੂੰ ਰਾਈਟ ਮਿਲ ਜਾਂਦਾ ਹੈ? ਲਿਖਿਆ ਗਿਆ ਮੈਨੂੰ ਉਦਣ ਮਾਰਿਆ ਗਿਆ ਗੁਰਦੁਆਰੇ ਅੰਦਰ, ਕਿਦਨ ਮਾਰਿਆ ਗਿਆ? ਇਹ ਗੁਰਦੁਆਰੇ ਦੇ ਅੰਦਰ ਜਿੱਦਣ ਰਾਤ ਨੂੰ 14 ਤਰੀਕ ਨੂੰ ਮੈਂ ਕੰਪਲੇਂਟ ਕੀਤੀ ਹੈ, ਮੇਰੇ ਤੇ ਹਮਲਾ ਕੀਤਾ ਗਿਆ ਹੈ, ਸਰਦਾਰ ਇੰਦਰਜੀਤ ਸਿੰਘ ਨੇ ਮੇਰੇ ਤੇ ਖੁਰਚਣਾ ਕੱਢਿਆ ਹੈ, ਔਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਕੀ ਨਾਮ ਤੁਹਾਡਾ ਕੁਲਦੀਪ ਸਿੰਘ ਨੇ ਮੇਰੇ ਤੇ ਖੁਰਚਣਾ ਕੱਢਿਆ। ਉਹ ਤੇ ਸੰਗਤ ਸੀਗੀ ਤੇ ਬਚਾਅ ਹੋ ਗਿਆ। ਇਹ ਖੁਰਚਣੇ ਉਹ ਮੈਂ ਤੁਹਾਨੂੰ ਵੀਡੀਓ ਦਿੰਦਾ, ਔਰ ਉਸ ਤੋਂ ਬਾਅਦ ਬਾਹਰ ਨਿਕਲਦਾ ਹੋਇਆ ਉਹੀ ਜਿਹੜਾ ਕੁਲਦੀਪ ਸਿੰਘ ਨੂੰ ਤੁਸੀਂ ਵਿਕਟਿਮ ਅਸੀਂ ਬਣਾ ਰਹੇ ਆ, ਉਹ ਮੇਰੇ ਗੇਟ ਦੇ ਥੱਲੇ ਖੜਾ ਹੋ ਕੇ ਮੇਰੇ ਉੱਪਰ ਫਲੋਰ 'ਚ ਮੈਨੂੰ ਗਾਲਾਂ ਕੱਢ ਕੇ ਜਾ ਰਿਹਾ ਹੈ। ਤੇ ਤੁਸੀਂ ਦੱਸੋ ਪੱਗ ਬੰਨ ਕੇ ਇਹ ਕੰਮ ਦਿੰਦਾ ਬੰਦਾ ਸ਼ੋਭਾ ਦਿੰਦਾ ਹੈ? ਤੁਸੀਂ ਮੈਨੂੰ ਇਸ ਗੱਲ ਦਾ ਵੀ ਜਵਾਬ ਦਿਓ ਨਾ, ਤੁਹਾਡਾ ਪੱਖ ਵੀ ਲੈ ਰਹੇ ਇਸ ਗੱਲ ਦਾ ਤੁਸੀਂ ਮੈਨੂੰ ਜਵਾਬ ਦਿਓ ਕਿ ਅਗਰ ਇਹ ਬੰਦਾ ਉਹ ਕੰਮ ਕਰ ਸਕਦਾ ਹੈ ਤੇ ਸਰ ਫਿਰ ਜਦ ਪਬਲਿਕ ਹੈ, ਪਬਲਿਕ ਦੇ ਹੱਥ, ਪਬਲਿਕ ਸਰ ਤੁਹਾਨੂੰ ਪਤਾ ਜੀ ਕੀ ਕਰਦੀ ਹੈ। ਬਿਲਕੁਲ ਨਿਖੇਧੀ ਕਰਦਾ ਇਸ ਗੱਲ ਦੀ। ਜੇ ਤੁਸੀਂ ਕਹਿ ਰਹੇ ਹੋ ਕਿ ਗਾਲਾਂ ਕੱਢੀਆਂ, ਜੇ ਗੱਲ ਸੱਚ ਹੈ, ਜੇ ਗੱਲ ਸੱਚ ਹੈ, ਮੈਂ ਇਸ ਗੱਲ ਦੀ ਨਿਖੇਧੀ ਕਰਦਾ ਕਿ ਗੁਰੂ ਘਰ ਦੀ ਕਿਸੇ ਵੀ ਸੰਗਤ ਦਾ ਇਸ ਤਰ੍ਹਾਂ ਸਲੂਕ ਨਹੀਂ ਕੀਤਾ ਜਾਣਾ ਚਾਹੁੰਦਾ। ਚਲੋ, ਪਰ ਮੇਰੀ ਇੱਕ ਗੱਲ ਦੱਸੋ, ਮੈਂ ਤੁਹਾਡਾ ਇਹੀ ਸਵਾਲ ਕੁਲਦੀਪ ਸਿੰਘ ਨੂੰ ਪੁੱਛਿਆ ਕਿ ਡਾਕਟਰ ਰਿਆਜ਼ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਡਾਕਟਰ ਰਿਆਜ਼ ਸਾਹਿਬ ਦੇ ਉੱਪਰ ਤੁਸੀਂ ਖੁਰਚਣਾ ਕੱਢਿਆ। ਉਹ ਕਹਿੰਦੇ ਜੀ ਮੈਂ ਤਾਂ ਕੱਢਿਆ ਕਿਉਂਕਿ ਡਾਕਟਰ ਸਾਹਿਬ ਨੇ ਪਹਿਲੇ ਮੇਰੀ ਪੱਗ ਤੇ ਹੱਥ ਪਾਇਆ ਸੀਗਾ, ਔਰ ਡਾਕਟਰ ਸਾਹਿਬ ਨੇ ਅਗਲੇ ਦਿਨ ਜਿਹੜੀ ਹੈਗੀ ਹੈ ਗੁਰਦੁਆਰੇ ਦੇ ਵਿੱਚ ਆ ਕੇ ਇਸ ਗੱਲ ਦੀ, ਚਲੋ ਉਸੇ ਦਿਨ ਜੋ ਵੀ ਹੈ ਤੁਸੀਂ ਆ ਕੇ ਇਸ ਗੱਲ ਦੀ ਮਾਫੀ ਮੰਗੀ ਹੈ। ਫਿਰ ਤੁਸੀਂ ਮਾਫੀ ਮੰਗੀ, ਇਸ ਦਾ ਮਤਲਬ ਤੁਸੀਂ ਪੱਗ ਤੇ ਹੱਥ ਪਾਇਆ ਹੋਏਗਾ ਨਾ? ਬਿਲਕੁਲ ਨਹੀਂ ਪਾਇਆ, ਇਹ ਗੱਲ ਬਿਲਕੁਲ ਗਲਤ ਹੈ। ਤੁਸੀਂ ਮਾਫੀ ਕਾਦੀ ਮੰਗੀ? ਸਰ ਮੈਂ ਦੱਸਦਾ ਨਾ, ਤੁਸੀਂ ਗੱਲ ਤਾਂ ਸੁਣੋ। ਗੱਲ ਇਹ ਸੀਗੀ ਜਦੋਂ ਇਹ ਦਲਜੀਤ ਸਿੰਘ ਨਾਲ ਬੈਠਾ ਸੀ, ਇਹ ਸਾਡੇ ਪ੍ਰੋਗਰਾਮ ਨੂੰ ਡਿਲੇ ਕਰ ਰਹੇ ਸੀ ਜਾਣਬੁੱਝ ਕੇ। ਦੇ ਆਰ ਪ੍ਰੀ ਪਲਾਨਡ, ਇਹ ਪ੍ਰੀ ਪਲਾਨਡ ਕਰਕੇ ਆਏ ਸੀ ਕਿ ਅਸੀਂ ਇਹਨਾਂ ਨੂੰ ਅੱਜ ਇਹਨਾਂ ਦੀ ਸਰਟੀਫਿਕੇਟ ਸੈਰੇਮਨੀ ਨਹੀਂ ਹੋਣ ਦੇਣੀ। ਮੈਂ ਦਲਜੀਤ ਸਿੰਘ ਜੀ ਨੂੰ ਕਿਹਾ, ਸਰਦਾਰ ਜੀ ਨੂੰ, ਉਹ ਤੁਹਾਨੂੰ ਸਾਰੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਤੁਹਾਨੂੰ ਸਾਰੀ ਗੱਲ ਸਮਝਾ ਦੇਣਗੇ। ਉਹਨਾਂ ਨੂੰ ਇੱਕ ਹੀ ਗੱਲ ਕਹੀ, ਕਹਿੰਦਾ ਡਾਕਟਰ ਸਾਹਿਬ ਅਸੀਂ ਉੱਪਰ ਚੱਲਦੇ ਹਾਂ। ਕੁਲਦੀਪ ਸਿੰਘ ਉੱਠ ਕੇ ਮੇਰੇ ਉੱਪਰ ਚੜ੍ਹ ਕੇ ਆਇਆ, ਦੋਨਾਂ 'ਚ ਧੱਕਾ ਮੁੱਕੀ ਹੋਈ ਹੈ। ਔਰ ਕੋਈ ਪੱਗ ਨੂੰ, ਔਰ ਤੁਸੀਂ ਹੁਣ ਵੀ ਵੀਡੀਓ ਦੇਖੋ, ਵੀਡੀਓ 'ਚ ਉਹਦੀ ਪੱਗ ਬਿਲਕੁਲ ਸਹੀ ਸਲਾਮਤ ਹੈ, ਉਹਦੀ ਪੱਗ ਨੂੰ ਕੋਈ ਹੱਥ ਨਹੀਂ ਪਾਇਆ ਗਿਆ। ਇੰਦਰਜੀਤ ਸਿੰਘ ਜੀ ਨੇ ਰੌਲਾ ਪਾਤਾ, ਪੱਗ ਨੂੰ ਹੱਥ ਪਾਤਾ, ਸਰਦਾਰ ਜੀ ਦੀ ਪੱਗ ਨੂੰ ਹੱਥ ਪਾਤਾ, ਇਹਨਾਂ ਨੇ ਖੁਰਚਣਾ ਕੱਢ ਲਿਆ, ਵਿੱਚ ਪਬਲਿਕ ਸੀ ਛੁਡਾ ਦਿੱਤਾ। ਉਹ ਬਾਹਰ ਆਏ ਨੇ, ਅਗਰ ਉਦੋਂ ਇਹਨਾਂ ਦੀ ਪੱਗ ਨੂੰ ਹੱਥ ਪਿਆ ਤੁਹਾਡੇ ਵੱਲੋਂ ਨਹੀਂ ਪਿਆ? ਨਹੀਂ ਪਿਆ, ਬਿਲਕੁਲ ਨਹੀਂ। ਇਹ ਗੱਲ ਕਲੀਅਰ ਹੋ ਗਈ। ਵੀਡੀਓ 'ਚ ਦੇਖੋ ਤੁਸੀਂ, ਤੁਹਾਡੇ ਵੱਲੋਂ ਬਿਲਕੁਲ ਕਲੀਅਰ, ਮੈਂ ਤੁਹਾਨੂੰ ਵੀਡੀਓ ਦਿਖਾਣਾ। ਮੈਂ ਇਸੇ ਕਰਕੇ ਤੁਹਾਡਾ ਪੱਖ ਲੈਣ ਆਇਆ। ਮੈਂ ਤੁਹਾਨੂੰ ਦੱਸਦਾ, ਉਸ ਤੋਂ ਬਾਅਦ ਇਹ ਬਾਹਰ ਨਿਕਲਦਾ ਹੋਇਆ ਮੈਨੂੰ ਗਾਲ ਕੱਢ ਕੇ ਗਿਆ। ਉਸ ਤੋਂ ਬਾਅਦ ਸਾਨੂੰ ਪ੍ਰਧਾਨ ਸਾਹਿਬ ਨੇ ਵੀ ਕਿਹਾ, ਡਾਕਟਰ ਸਾਹਿਬ ਤੁਸੀਂ ਗੱਲ ਖਤਮ ਕਰ ਦਿਓ। ਅਸੀਂ ਉੱਪਰ ਜਾ ਕੇ ਅਸੀਂ ਆਪਣਾ ਸੈਰੇਮਨੀ ਪ੍ਰੋਗਰਾਮ ਸ਼ੁਰੂ ਕਰਤਾ। ਕੁਲਦੀਪ ਸਿੰਘ ਨੇ ਮੇਰੇ ਤੇ ਆ ਕੇ ਅਟੈਕ ਕੀਤਾ, ਉਹਦੇ ਨਾਲ ਉਹ ਵੀਡੀਓ 'ਚ ਇੱਕ ਮੇਰੇ ਖਿਆਲ ਇੱਧਰ ਸਾਈਡ ਤੇ ਉਹ ਸੀਗਾ, ਮੈਨੂੰ ਦਿਮਾਗ 'ਚੋਂ ਨਿਕਲਿਆ ਕੌਣ ਮੁੰਡਾ ਸੀਗਾ, ਕੁਲਦੀਪ ਸਿੰਘ ਨੇ ਮੇਰੇ ਹੱਥੋਂ ਆ ਕੇ ਸਰਟੀਫਿਕੇਟ ਪਾੜੇ ਨੇ। ਉੱਥੇ ਤੁਸੀਂ ਮੇਰੀ ਮੂਵਮੈਂਟ ਦੇਖ ਸਕਦੇ ਹੋ, ਮੈਂ ਬਿਲਕੁਲ ਦਲਜੀਤ ਸਿੰਘ ਤੋਂ ਮੈਂ ਸਵਾਲ ਵੀ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਉਹਨਾਂ ਦੇ ਸਰਟੀਫਿਕੇਟ ਕਿਉਂ ਪਾੜੇ? ਉਹ ਕਹਿੰਦੇ ਜੀ ਸਾਡੀ ਪਾੜਨ ਦੀ ਮਨਸ਼ਾ ਨਹੀਂ ਸੀਗੀ। ਮੈਂ ਉਹ ਜਵਾਬ ਤੁਸੀਂ ਸੁਣ ਲਿਓ। ਉਹ ਕਹਿੰਦੇ ਜੀ ਸਾਡੀ ਅਸੀਂ ਖਿੱਚਾਤਾਨੀ ਕੀਤੀ ਸੀਗੀ, ਉਸ ਦੇ ਵਿੱਚ ਕੋਈ ਉਧੜ ਗਿਆ ਹੋਵੇ, ਫਟ ਗਿਆ ਹੋਵੇ ਤਾਂ, ਪਰ ਸਾਡੀ ਮਨਸ਼ਾ ਨਹੀਂ ਸੀ। ਸਰਟੀਫਿਕੇਟ ਫੜੇ ਨੇ ਜੀ, 6 ਸਰਟੀਫਿਕੇਟ ਫੜੇ ਨੇ। ਉਸ ਤੋਂ ਬਾਅਦ ਉਹਨਾਂ ਨੇ ਪੂਰੀ ਕਮੇਟੀ ਨੇ ਬਦਤਮੀਜ਼ੀ ਕੀਤੀ ਹੈ। ਉਸ ਟਾਈਮ ਮਹਾਰਾਜ ਦਾ ਸਰੂਪ ਉੱਥੇ ਵਿਰਾਜਮਾਨ ਸੀਗਾ। ਇਹ ਸਾਨੂੰ ਕਹਿਣ ਲੱਗੇ ਜੀ ਕਿ ਤੁਸੀਂ ਉਹਨੂੰ ਵਿਰਾਜਮਾਨ ਕਰਾਇਆ। ਭਾਈ ਸਾਹਿਬ ਦੇਖੋ, ਮੈਂ ਉਸੇ ਗੱਲ ਤੇ ਆ ਜਾਂਦਾ। ਮੈਂ ਤੁਹਾਨੂੰ ਦੱਸਦਾ, ਤੁਸੀਂ ਇੱਕ ਗੱਲ ਦੱਸੋ ਕਿ ਜਦ ਇੱਕ ਵਾਰੀ ਜਦ 8:10 ਤੇ ਜਾਂ 9 ਮਿੰਟ ਤੇ ਸੁਖਾਸਨ ਸਾਹਿਬ ਹੋ ਗਿਆ, ਮਹਾਰਾਜ ਸਾਹਿਬ ਜੇ ਉਹ ਆਪਣੇ ਸੁਖਾਸਨ ਨਿਜ ਸਥਾਨਾਂ ਤੇ ਜਿਹੜੇ ਹੈਗੇ ਆ ਉਹ ਚਲੇ ਗਏ ਨੇ, ਉਸ ਤੋਂ ਬਾਅਦ ਕੀ ਤੁਸੀਂ ਗੁਰੂ ਮਰਿਆਦਾ ਤੋਂ ਇੰਨੇ ਵੱਡੇ ਹੋ ਗਏ ਕਿ ਤੁਸੀਂ ਮਹਾਰਾਜ ਦਾ ਸਰੂਪ ਦੁਬਾਰਾ ਲਿਆ ਕੇ ਵਿਰਾਜਮਾਨ ਕਰਾਇਆ? ਤੁਹਾਡੀ ਸੈਰਾਮਨੀ ਕੀ ਗੁਰੂ ਮਰਿਆਦਾ ਦੀ ਜਿਹੜੀ ਉਸ ਇੱਕ ਦੈਨਿਕ ਮਰਿਆਦਾ ਤੋਂ ਜ਼ਿਆਦਾ ਵੱਡੀ ਹੋ ਗਈ? ਕੀ ਉਹ ਸਰਟੀਫਿਕੇਸ਼ਨ ਤੁਹਾਡਾ ਸੀਗਾ? ਮੇਰੀ ਗੱਲ ਹੋਈ ਹੈ ਪ੍ਰਧਾਨ ਸਾਹਿਬ ਨਾਲ, ਮੈਂ ਪੁੱਛਿਆ ਉਹਨਾਂ ਨੂੰ ਕਿ ਵੀ ਕੀ ਤੁਹਾਡਾ ਸਰਟੀਫਿਕੇਸ਼ਨ ਵੰਡਣ ਦਾ ਸਮਾਰੋਹ ਦੀ ਕਮੇਟੀ ਨੂੰ ਇਜਾਜ਼ਤ ਦਿੱਤੀ ਸੀਗੀ? ਉਹਨਾਂ ਨੇ ਕਿਹਾ ਜੀ ਹੈਗੀ ਸੀ ਗੱਲ। ਮੈਂ ਇਸ ਗੱਲ ਤੇ ਇਹ ਨਹੀਂ ਕਹਿੰਦਾ ਕਿ ਤੁਸੀਂ ਕਿਉਂ ਵੰਡੇ, ਕਿਉਂਕਿ ਤੁਸੀਂ ਗੁਰਦੁਆਰਾ ਕਮੇਟੀ ਦੀ ਇਜਾਜ਼ਤ ਦੇ ਨਾਲ ਵੰਡੇ। ਇਸ ਮਾਮਲੇ ਤੁਸੀਂ ਠੀਕ ਹੋ, ਇਸ ਮਾਮਲੇ ਤੁਸੀਂ ਬਿਲਕੁਲ ਬਰੀ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਤੁਹਾਡੇ ਕੋਲ ਆਗਿਆ ਸੀਗੀ, ਮਸਲਾ ਇਹੀ ਸੀਗਾ ਕਿ ਕਿਹਨੂੰ ਦੇਣਾ। ਉਹ ਕਹਿੰਦੇ ਜੀ ਜਿਹੜੀ ਹੈਗੀ ਹੈ ਕਿ ਪਾਰਸ਼ੈਲਿਟੀ ਸੀਗੀ। ਆਪਾਂ ਉਸ ਮੁੱਦੇ ਤੇ ਬਾਅਦ ਚੋਂ ਆਉਂਦੇ ਆ, ਪਰ ਤੁਸੀਂ ਇਹ ਦੱਸੋ ਕਿ ਕੀ ਮਰਿਆਦਾ ਗੁਰੂ ਘਰ ਦੀ ਜਿਹੜੀ ਦੈਨਿਕ ਮਰਿਆਦਾ, ਜਦ ਪ੍ਰਕਾਸ਼ ਜਿਹੜਾ ਚਲੋ ਪ੍ਰਕਾਸ਼ ਤਾਂ ਨਹੀਂ ਹੋਇਆ ਸੀਗਾ, ਸੁਖਾਸਨ ਸਾਹਿਬ ਹੋ ਗਿਆ ਸੀਗਾ, ਔਰ ਉਸ ਤੋਂ ਬਾਅਦ ਮਹਾਰਾਜ ਦਾ ਦੁਬਾਰਾ ਸਰੂਪ ਲਿਆਂਦਾ ਗਿਆ, ਕਿ ਉਹ ਗੁਰੂ ਮਰਿਆਦਾ ਦਾ ਉਲੰਘਣਾ ਨਹੀਂ ਸੀ ਕਿ ਸਰਟੀਫਿਕੇਸ਼ਨ ਵੰਡਣਾ ਤੋਂ 4 ਕਾਗਜ਼ ਦੇ ਟੁਕੜਿਆਂ ਤੋਂ ਜ਼ਿਆਦਾ ਵੱਡੇ? ਨਹੀਂ, ਇਹ ਬਿਲਕੁਲ ਉਲੰਘਣਾ ਹੈ।
ਪਰ ਇਸ ਚੀਜ਼ ਵਾਸਤੇ ਕੀ ਤੁਹਾਡੇ ਵੱਲੋਂ ਹੋਈ ਹੈ ਸਰ ਮੰਨਦੇ ਹੋ? ਮੇਰੀ ਗੱਲ ਤਾਂ ਸੁਣੋ ਨਾ ਪੂਰੀ, ਤੁਸੀਂ ਸਰ ਆਪਣੇ ਲਫ਼ਜ਼ ਮੇਰੇ ਮੂੰਹ 'ਚ ਨਾ ਪਾਓ, ਮੇਰੀ ਗੱਲ ਸੁਣੋ ਸਰ ਪਲੀਜ਼, ਮੈਂ ਤੁਹਾਨੂੰ ਰਿਕੁਐਸਟ ਕਰਾਂਗਾ। ਤੁਸੀਂ ਇਹ ਦੱਸੋ ਕਿ ਮੇਰੇ ਕਹਿਣ ਨਾਲ ਇੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਜਾਂ ਮੇਰੇ ਕਹਿਣ ਨਾਲ ਸੁਖਾਸਨ ਹੁੰਦਾ ਹੈ? ਜਦੋਂ ਅਸੀਂ ਉੱਪਰ ਗਏ ਆ ਤੇ ਇਹ ਸਾਨੂੰ ਨਹੀਂ ਪਤਾ ਉੱਪਰ ਸੁਖਾਸਨ ਹੋ ਚੁੱਕਾ ਹੈ ਕਿ ਮਹਾਰਾਜ ਦਾ ਪ੍ਰਕਾਸ਼ ਹੋ ਚੁੱਕਾ ਹੈ। ਸਾਨੂੰ ਉੱਥੇ ਬਿਠਾ ਲਿੱਤਾ ਗਿਆ। ਉਸ ਤੋਂ ਬਾਅਦ ਇਹ ਮੁੰਡੇ ਆਏ ਨੇ ਇਹਨਾਂ ਕੇ ਰੌਲਾ ਪਾਇਆ, ਕਹਿੰਦੇ ਤੁਸੀਂ ਦੁਬਾਰਾ ਪ੍ਰਕਾਸ਼ ਕਿਵੇਂ ਕਰ ਲਿਆ? ਭਾਈ ਸਾਹਿਬ ਜਦ ਅਸੀਂ ਥੱਲੇ ਉੱਪਰ ਚੜ੍ਹੇ ਆ, ਤੁਸੀਂ ਸਾਰੀਆਂ ਵੀਡੀਓਜ਼ ਦੇਖੋ। ਅਗਰ ਸਾਨੂੰ ਜਾਣਕਾਰੀ ਨਹੀਂ ਸਰ ਸਾਨੂੰ ਇਹਨਾਂ ਔਰ ਉਸ ਗੱਲ ਵਿੱਚ ਤੇ ਪ੍ਰਧਾਨ ਇੰਦਰ ਸਿੰਘ ਜੀ ਨੇ ਮਾਫੀ ਮੰਗੀ ਹੈ ਔਰ ਸਰਦਾਰ ਦਲਜੀਤ ਸਿੰਘ ਨੂੰ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਹੈ ਕਿ ਵੀ ਸਾਡੇ ਤੋਂ ਇਹ ਉਦਣ ਜਿਹੜਾ ਭੀੜ ਭੜੱਕੇ ਦੇ ਵਿੱਚ ਜਿਹੜੀ ਗਲਤੀ ਹੋ ਗਈ, ਇਹ ਉਹਨਾਂ ਨੇ ਗਲਤੀ ਮੰਨੀ ਹੈ, ਉਹਦੇ ਵਾਸਤੇ ਅਸਤੀਫਾ ਦਿੱਤਾ ਉਹਨਾਂ ਨੇ। ਠੀਕ ਹੈ, ਉਹਦਾ ਜਿਹੜਾ ਹਰਜਾਨਾ ਤੇ ਮੈਂ ਭੁਗਤਿਆ ਤੇ ਮੇਰੇ ਨਾਲ ਜਿਹੜੇ 27 ਬੰਦਿਆਂ ਨੇ ਸੇਵਾ, ਜਿਨ੍ਹਾਂ 'ਚ ਘੱਟੋ ਘੱਟ 80% ਹਿੰਦੂ ਜੈਂਟਲਮੈਨ ਸੀਗੇ, ਉਹ 'ਚ ਇਹ ਵੀ ਹੈ, ਦੂਸਰੇ ਪੂਰੀ ਗਲੀ ਗਵਾਂਡ ਹੈ। ਅਗਰ ਉਹਨਾਂ ਹਿੰਦੂ ਜੈਂਟਲਮੈਨਾਂ ਦੇ ਮਨ ਦੇ ਵਿੱਚ ਗੁਰੂ ਮਰਿਆਦਾ ਵਾਸਤੇ ਕੋਈ ਗੱਲ ਸੀ ਤਾਂ ਹੀ ਉਹਨਾਂ ਨੇ ਤੇ ਸੇਵਾ ਕੀਤੀ ਸੀ। ਭਾਵੇਂ ਉਹਨਾਂ ਨੇ ਸਰੀਰਕ ਤੌਰ ਤੇ ਸੇਵਾ ਕੀਤੀ, ਭਾਵੇਂ ਉਹਨਾਂ ਨੇ ਪੈਸੇ ਤੌਰ ਤੇ ਸੇਵਾ ਕੀਤੀ, ਸਭ ਨੇ ਸੇਵਾ ਕੀਤੀ। ਉਹ ਉਸ ਤੋਂ ਪਾੜਨ ਤੋਂ ਬਾਅਦ ਇਹਨਾਂ ਦਾ ਕੀ ਮੁੱਦਾ ਇਹ ਸੀਗਾ, ਸਾਨੂੰ ਨਹੀਂ ਸਮਝ ਆਇਆ ਇਹ ਸਾਡੇ ਤੋਂ ਕੀ ਚਾਹੁੰਦੇ ਸੀ। ਗੱਲ ਸਿਰਫ ਇੱਥੇ ਸ਼ੁਰੂ ਹੋਈ ਸੀ 23 ਮਾਰਚ ਨੂੰ। ਮੈਂ ਬਿਲਕੁਲ ਕਿਸੇ ਕੋ ਨਹੀਂ ਗਿਆ, ਸਾਰੀ ਸੰਗਤ ਗਵਾਹ ਹੈ। ਮੇਰੀ ਦੁਕਾਨ ਤੇ ਸਰਦਾਰ ਦਲਵਿੰਦਰ ਸਿੰਘ ਤੇ ਸਰਦਾਰ ਸਤਪਾਲ ਸਿੰਘ ਆਏ ਨੇ, ਕਹਿੰਦੇ ਡਾਕਟਰ ਸਾਹਿਬ ਅਸੀਂ ਸੈਨੀਟਾਈਜ਼ਰ ਦੀ ਸੇਵਾ ਕਰਨੀ, ਤੁਸੀਂ ਸਾਡੇ ਮੋਹਰੀ ਬਣੋ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਅਗਰ ਸੇਵਾ ਕਰਨੀ ਹੈ ਤਾਂ ਪੂਰੀ ਕਰਨਾ, ਨਹੀਂ ਤਾਂ ਵਿੱਚ ਨਾ ਕਰਨਾ। ਕਹਿੰਦੇ ਉਹਦਾ ਕਾਰਨ ਸੀ, ਸਾਨੂੰ ਪਤਾ ਸੀ ਫੰਡਿੰਗ ਦੀ ਦਿੱਕਤ ਹੋ ਰਹੀ ਹੈ, ਸਭ ਕੁਝ ਹੋ ਰਿਹਾ, ਕਮੇਟੀ ਹੱਥ ਨਹੀਂ ਵੜਾ ਰਹੀ ਸੀ। ਉਹਨਾਂ ਕੋਲ ਮਸ਼ੀਨਾਂ ਸੀ, ਮੈਂ ਉਹਨਾਂ ਨੂੰ ਕਿਹਾ 1 ਘੰਟੇ 'ਚ ਅਸੀਂ ਰੈਡੀ ਹੁੰਦੇ ਹਾਂ। ਸਾਡੇ ਕੋਲ 100 ਤੋਂ ਜ਼ਿਆਦਾ ਵੀਡੀਓਜ਼ ਪਈਆਂ ਨੇ ਜਿਨ੍ਹਾਂ 'ਚ ਅਸੀਂ ਸੈਨੀਟਾਈਜ਼ ਕੀਤਾ, ਅਸੀਂ 1.25 ਮਹੀਨਾ ਸੈਨੀਟਾਈਜ਼ਰ ਕੀਤਾ। ਠੀਕ ਹੈ, 7-8 ਦਿਨ ਦੀ ਸੇਵਾ ਤੋਂ ਬਾਅਦ ਭਾਈ ਸਾਹਿਬ ਇਹਨਾਂ ਮੁੰਡਿਆਂ ਨੇ ਜੋ ਨਖਰੇਬਾਜ਼ੀ ਔਰ ਜੋ ਡਰਾਮੇਬਾਜ਼ੀ ਸ਼ੁਰੂ ਕੀਤੀ, ਉਹ ਸਾਰੀ ਕਮੇਟੀ ਨੂੰ ਪਤਾ ਹੈ, ਉਹ ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਇਹ ਸੇਵਾ ਤੋਂ ਹਟ ਗਏ ਜੀ, ਸੇਵਾ ਤੋਂ ਹਟ ਗਏ। ਉਸ ਤੋਂ ਬਾਅਦ 14 ਤਰੀਕ ਨੂੰ ਸਰਦਾਰ ਇੰਦਰਜੀਤ ਸਿੰਘ ਸਾਡੇ ਕੋਲ ਆਏ ਨੇ, ਕਹਿੰਦੇ ਤੁਹਾਡੇ ਕੋਲ ਪਰਮਿਸ਼ਨ ਹੈ, ਤੁਸੀਂ ਲੰਗਰ ਦੀ ਪਰਮਿਸ਼ਨ ਵਾਪਸ ਕਰਾ ਦਿਓ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਅਗਰ ਗੁਰੂ ਘਰ ਦੇ ਵਿੱਚ ਕੋਈ ਸਿੱਖ ਸੰਗਤ ਸੇਵਾ ਕਰ ਰਹੀ ਹੈ ਤੇ ਕਮੇਟੀ ਨੂੰ ਕੀ ਰਾਈਟ ਬਣਦਾ ਹੈ ਕਿ ਲਾਕਡਾਊਨ ਇੰਨੀ ਵੱਡੀ ਮਹਾਮਾਰੀ ਫੈਲੀ ਹੋਈ ਹੈ ਤੇ ਉਹਦੇ ਵਿੱਚ ਤੁਸੀਂ ਸਿੱਖ ਸੰਗਤ ਦਾ ਲੰਗਰ ਮੂੰਹ 'ਚ ਖੋ ਰਹੇ ਹੋ? ਤੇ ਮੇਰੀ ਇੰਦਰਜੀਤ ਨਾਲ ਗੱਲ ਨਹੀਂ ਹੋਈ, ਮੈਨੂੰ ਉਹ ਦੂਜੇ ਜਿਹੜੇ ਬੰਦਿਆਂ ਨੂੰ ਦੱਸਿਆ ਅੰਦਰ। ਉਸ ਤੋਂ ਬਾਅਦ ਮੈਂ ਰਨੌਲਾ ਥਾਣੇ ਜਾ ਕੇ ਦਿੱਲੀ ਪੁਲਿਸ ਤੋਂ ਪਰਮਿਸ਼ਨ ਲੈ ਕੇ ਆਇਆ ਕਿ ਅਸੀਂ ਇੱਥੇ ਲੰਗਰ ਚਲਾ ਰਹੇ ਹਾਂ। ਸਾਰੀ ਅਸੀਂ ਇੱਥੇ ਵਿਵਸਥਾ ਕੀਤੀ, ਹਰ ਚੀਜ਼ ਦੀ, ਸੈਨੀਟਾਈਜ਼ਰ ਦੀ, ਅੱਗ ਦੀ, ਹਰ ਚੀਜ਼ ਦੀ ਅਸੀਂ ਵਿਵਸਥਾ ਕੀਤੀ ਹੈ। ਅਸੀਂ ਉਹਨੂੰ ਲੰਗਰ ਨੂੰ ਇੱਥੇ ਵਿਵਸਥਾ ਕਰਕੇ ਲੰਗਰ ਨੂੰ ਅਸੀਂ ਇੱਥੇ ਚਲਾਇਆ। ਉਹਦੇ ਬਾਅਦ ਵੀ ਜਦੋਂ ਇਹਨਾਂ ਮੁੰਡਿਆਂ ਤੋਂ ਨਹੀਂ ਸਰਿਆ ਕੁਝ ਵੀ, ਇਹ ਕੁਛ ਨਾ ਕੁਛ ਵਿੱਚ ਕਰਦੇ ਰਹੇ। ਰੌਲਾ ਸਿਰਫ ਇਸ ਕਰਕੇ ਸੀਗਾ, ਇਹ ਜਿਹੜੇ ਸਰਦਾਰ ਨਾਨਕ ਸਿੰਘ, ਸਰਦਾਰ ਦਲਵਿੰਦਰ ਸਿੰਘ ਔਰ ਇਹ ਆਪਣਾ ਕੀ ਨਾਮ ਤੁਹਾਡਾ ਬੱਬੂ, ਮੈਨੂੰ ਪੂਰਾ ਮੈਂ ਕਿਹਾ ਬਲਵੰਤ ਸਿੰਘ ਹੈ ਉਹਦਾ ਨਾਮ, ਤੇ ਇੱਕ ਮੁੰਡਾ ਹੋਰ ਸੀਗਾ। ਤੇ ਇਹ 4 ਮੁੰਡਿਆਂ ਨੂੰ ਸਰਟੀਫਿਕੇਟ, ਸਰ ਇਹ ਮੇਰਾ ਮੈਟਰ ਨਹੀਂ ਹੈ, ਗੱਲ ਇਹ ਸੀਗਾ, ਇਹ ਸਾਰੀ ਕਮੇਟੀ ਨੂੰ ਅਸੀਂ ਦੱਸਿਆ ਸੀ ਜਿਹੜੀ ਸਿੱਖ ਸੰਗਤ ਸਾਡੇ ਨਾਲ ਸੇਵਾ ਕਰ ਰਹੀ ਹੈ। ਤੁਸੀਂ ਯਕੀਨ ਕਰੋ, ਇੱਥੇ ਨਾਈ ਦੀ ਦੁਕਾਨ ਹੈ ਜੀ, ਉਹ ਨਾਈ ਨੇ ਵੀ ਸਾਡੇ ਨਾਲ ਲਾਈਨਾਂ ਲਵਾਉਣ ਦੀ ਸੇਵਾ ਕੀਤੀ, ਅਸੀਂ ਉਹਨੂੰ ਵੀ ਸਰਟੀਫਿਕੇਟ ਦਿੱਤਾ ਹੈ। ਇੱਥੇ ਸਾਹਮਣੇ ਉਹ ਬੰਦਾ ਖੜਾ ਸੀ, ਉਹਨੂੰ ਵੀ ਸ਼ਬਦ, ਅਸੀਂ ਕਿਸੇ ਨੂੰ ਵਿਤਕਰਾ ਨਹੀਂ ਕੀਤਾ। ਤੇ ਸਾਡੀ ਉਹ 4 ਮੁੰਡਿਆਂ ਨਾਲ ਕੋਈ ਦੁਸ਼ਮਣੀ ਸੀ? ਮੈਂ ਕਿਹਾ ਜੀ, ਮੈਂ ਉਹੀ ਕਹਿ ਰਿਹਾ ਜੀ ਡਾਕਟਰ ਸਾਹਿਬ, ਤੁਸੀਂ ਇੰਨੀਆਂ ਸੇਵਾਵਾਂ ਕੀਤੀਆਂ 70-80 ਦਿਨ, ਬਹੁਤ ਵੱਡੀ ਗੱਲ ਹੈ ਲੰਗਰ ਚਲਾਣਾ। ਮੈਂ ਚਲੋ ਫੇਰ ਵੀ ਆਪਾਂ ਗੱਲ ਕਰਦੇ ਹਾਂ ਕਿ 1.5-2 ਮਹੀਨੇ ਤੁਸੀਂ 2-2.5 ਮਹੀਨੇ ਸੇਵਾਵਾਂ ਕੀਤੀਆਂ, ਤਕਰੀਬਨ 80 ਦਿਨ ਤੁਸੀਂ ਸੇਵਾਵਾਂ ਕੀਤੀਆਂ। ਮੈਂ ਤੁਹਾਡੀ ਸੇਵਾਵਾਂ ਨੂੰ ਸਜਦਾ ਕਰਦਾ, ਠੀਕ ਹੈ। ਮੈਂ ਪਰਸਨਲੀ ਇਹੋ ਜੀ ਸੇਵਾਵਾਂ ਬਹੁਤ ਚੰਗੀ ਗੱਲ ਹੈ। ਅਸੀਂ ਮਹਾਮਾਰੀ ਦੇ ਵਿੱਚ ਸਭ ਤੋਂ ਵੱਡੀ ਗੱਲ ਨਾਲ ਤੁਸੀਂ ਇਕੱਲੇ ਨਹੀਂ ਕੀਤਾ, ਤੁਸੀਂ ਗੈਰ ਸਿੱਖ ਵੀਰਾਂ ਨੂੰ ਵੀ, ਹਿੰਦੂ ਵੀਰਾਂ ਨੂੰ ਵੀ ਨਾਲ ਲੈ ਕੇ ਸੇਵਾਵਾਂ ਕੀਤੀਆਂ। ਮੈਂ ਇਸ ਗੱਲ ਦਾ ਹੋਰ ਤੁਹਾਨੂੰ ਜ਼ਿਆਦਾ ਵੱਡੇ ਦਿਲ ਦਾ, ਇੱਕ ਮੇਰੀ ਗੱਲ ਸੁਣੋ, ਮੈਂ ਇਸ ਗੱਲ ਦਾ ਹੋਰ ਤੁਹਾਨੂੰ ਵਧੀਆ ਦਿਲ ਨਾਲ ਸਿੱਧਾ ਕਰਦਾ ਕਿ ਤੁਸੀਂ ਗੁਰੂ ਘਰ ਦੀ ਸੇਵਾਵਾਂ ਦੇ ਨਾਲ ਉਹਨਾਂ ਗੈਰ ਸਿੱਖ ਵੀਰਾਂ ਨੂੰ ਵੀ ਜੋੜਿਆ, ਗੁਰੂ ਘਰ ਦੇ ਨਾਲ ਜੋੜਿਆ, ਬਹੁਤ ਚੰਗੀ ਗੱਲ ਆ। ਪਰ ਮੈਂ ਇਹੀ ਗੱਲ ਉਹਨਾਂ ਨੂੰ ਜਾ ਕੇ ਪੁੱਛੀ ਹੈ, ਤੁਹਾਡਾ ਸਵਾਲ ਪੁੱਛਿਆ ਕਿ ਜਦੋਂ 80-90 ਦਿਨਾਂ ਤੋਂ ਸੇਵਾਵਾਂ ਕਰ ਰਹੇ ਸੀਗੇ, ਜਦੋਂ ਉਹਨਾਂ ਦਾ ਹੌਸਲਾ ਅਫਜ਼ਾਈ ਕਰਨ ਵਾਸਤੇ ਸਰਟੀਫਿਕੇਟ ਵੰਡ ਰਹੇ ਸੀਗੇ, ਤੇ ਤੁਹਾਨੂੰ ਇਤਰਾਜ਼ ਕਿਉਂ ਸੀਗਾ? ਮੈਂ ਤੁਹਾਡਾ ਸਵਾਲ ਜਾ ਕੇ ਉਹਨਾਂ ਨੂੰ ਪੁੱਛਿਆ। ਉਹ ਕਹਿੰਦੇ ਜੀ ਤੁਹਾਡੀ ਸੇਵਾਵਾਂ ਦੇ ਵਿੱਚ ਕਿਤੇ ਨਾ ਕਿਤੇ ਪਾਰਸ਼ੈਲਿਟੀ ਸੀਗੀ ਕਿ ਵੀ ਇੱਥੇ ਜਾਣਾ, ਇੱਥੇ ਨਹੀਂ ਜਾਣਾ, ਝੁੱਗੀ ਜਾਣਾ, ਨਹੀਂ ਜਾਣਾ। ਮੈਂ ਨਹੀਂ ਮੰਨਦਾ, ਮੈਂ ਨਹੀਂ ਕਹਿੰਦਾ ਕਿ ਉਹ ਗੱਲ ਕਿੰਨੀ ਠੀਕ ਹੈ ਕਿੰਨੀ ਨਹੀਂ ਠੀਕ ਹੈ। ਹੋ ਸਕਦਾ ਤੁਸੀਂ ਠੀਕ ਹੋਵੋ, ਉਹ ਸਹੀ ਹੋਣ, ਉਹ ਨਹੀਂ ਮੇਰੀ ਗੱਲ ਸੁਣੋ, ਹੋ ਸਕਦਾ ਤੁਸੀਂ ਠੀਕ ਹੋਵੋ, ਉਹ ਗਲਤ ਹੋਣ, ਹੋ ਸਕਦਾ ਉਹ ਠੀਕ ਹੋਣ, ਤੁਸੀਂ ਗਲਤ ਹੋਣ, ਕਿਉਂਕਿ ਮੈਂ ਕੋਈ ਜੱਜ ਨਹੀਂ ਲੱਗਾ ਇੱਥੇ। ਮੇਰਾ ਕੰਮ ਹੈ ਤੁਹਾਡੇ ਦੋਵਾਂ ਦੇ ਜਿਹੜੀ ਗੱਲਾਂ ਨੂੰ ਸਾਹਮਣੇ ਲਿਆ ਕੇ ਸਪਸ਼ਟੀਕਰਨ ਦੇ ਤੌਰ ਤੇ ਰੱਖਣਾ। ਮੈਂ ਇਸੇ ਕਰਕੇ ਮੇਰੀ ਗੱਲ ਪੂਰੀ ਹੋਰ ਲੈਣ ਦਿਓ। ਉਹਨਾਂ ਨੇ ਕਿਹਾ ਗਿਆ ਕਿ ਵੀ ਸ਼ਾਇਦ ਕੁਝ ਐਸੇ ਵੀਰਾਂ ਨੂੰ ਸਰਟੀਫਿਕੇਟ ਦਿੱਤਾ ਜਾ ਰਿਹਾ ਸੀਗਾ ਜਿਹੜੇ ਕਿ ਤੁਹਾਡੇ ਚਾਹੀਤੇ ਸੀਗੇ, ਐਸੇ ਵੀ ਕੁਝ ਸੀਗੇ ਜਿਨ੍ਹਾਂ ਨੇ 1 ਦਿਨ ਸੇਵਾ ਕੀਤੀ, ਸ਼ਾਇਦ ਉਹਨਾਂ ਨੂੰ ਨਹੀਂ ਦਿੱਤਾ ਗਿਆ, ਜਿਨ੍ਹਾਂ ਨੇ 10 ਦਿਨ ਸੇਵਾ ਕੀਤੀ ਉਹਨਾਂ ਨੂੰ। ਕੀ ਐਸੀ ਕੋਈ ਪਾਰਸ਼ੈਲਿਟੀ ਦਾ ਇਲਜ਼ਾਮ ਤੁਹਾਡੇ ਤੇ ਲਗਾਇਆ ਗਿਆ? ਸਿਰਫ ਇਸ ਕਰਕੇ ਮੈਂ ਸੁਣਿਆ ਕਿ ਝਗੜਾ ਵਧਿਆ। ਸਰ ਦੇਖੋ, ਇੱਕ ਛੋਟੀ ਜੀ ਗੱਲ ਹੈ, ਇਹ ਮੁੰਡਾ ਖੜਾ ਜੀ ਬਾਹਰੋਂ, ਇਹ ਸਾਡੇ ਨਾਲ ਨੇ 3 ਮਹੀਨੇ ਸੇਵਾ ਕੀਤੀ, ਸਬਜ਼ੀ ਦੀ ਦੁਕਾਨ ਚਲਾਉਂਦਾ। ਇਹਦਾ ਕੀ ਗੁਨਾਹ? ਹਾਲ ਤੱਕ ਇਹਨੂੰ ਸਰਟੀਫਿਕੇਟ ਨਹੀਂ ਮਿਲਿਆ ਜੀ। ਬਹੁਤ ਅੱਛੀ, ਇਹਦਾ ਸਰਟੀਫਿਕੇਟ ਪਾੜਤਾ ਇਹਨਾਂ ਨੇ, ਇਹਨੂੰ ਹਾਲ ਤੱਕ ਮੋਮੈਂਟੋ ਨਹੀਂ ਮਿਲਿਆ, ਉਹ ਗੁਰੂ ਘਰ ਦੇ ਅੰਦਰ ਪਿਆ। ਇਹਦੇ ਵਿਚਾਰ ਦੀ ਕੀ ਗਲਤੀ ਹੈ ਦੱਸੋ? ਪਾਰਸ਼ੈਲਿਟੀ ਸਰ ਅਗਰ ਮੈਂ ਕਰਨੀ ਹੋਏਗੀ ਤਾਂ ਮੈਂ ਸਰਦਾਰ ਔਰ ਮੋਨੇ ਦੇ ਵਿੱਚ ਕਰਾਂਗਾ,
ਮੈਂ ਸਰਦਾਰਾਂ ਨਾਲ ਪਾਰਸ਼ੈਲਿਟੀ ਨਹੀਂ ਕਦੇ ਵੀ ਕਰਾਂਗਾ, ਇਸ ਗੱਲ ਨੂੰ ਤੁਸੀਂ ਵੀ ਸਮਝ ਸਕਦੇ ਹੋ। ਸਿੱਖ ਬੰਦਿਆਂ ਨਾਲ ਮੈਂ ਕਿਵੇਂ ਪਾਰਸ਼ੈਲਿਟੀ ਕਰ ਸਕਦਾ? ਗੱਲ ਇਹ ਹੈ ਕਿ ਜਿਹੜੀ ਇਹ ਗੱਲ ਤੁਸੀਂ ਮੈਨੂੰ ਪੁੱਛ ਰਹੇ ਹੋ ਨਾ, ਇਹ ਗੱਲ ਤੁਸੀਂ ਇਹਨਾਂ ਨੂੰ ਕਮੇਟੀ ਵਾਲਿਆਂ ਨੂੰ ਪੁੱਛੋ ਕਿ ਇਹ ਮੁੰਡੇ ਕੀ ਕੀਤਾ ਹੈ ਤੇ ਕੀ ਨਹੀਂ ਕੀਤਾ। ਕਮੇਟੀ ਉਹਨਾਂ ਮੁੰਡਿਆਂ ਬਾਰੇ ਕੀ ਕਹਿੰਦੀ ਆ, ਆਈ ਡੋਂਟ ਨੋ। ਪਰ ਗੱਲ ਸਰ ਮੈਨੂੰ ਇੱਕੋ ਹੈ ਜੀ, ਗੁਰਪ੍ਰੀਤ ਜੀ, ਮੈਂ ਤੁਹਾਨੂੰ ਇੱਕ ਸਿੱਧੀ ਜੀ ਗੱਲ ਕਰਾਂਗਾ। ਦੇਖੋ, ਮੈਨੂੰ ਦੋ ਹੀ ਗੱਲਾਂ ਆਉਂਦੀਆਂ ਨੇ, ਜਾਂ ਤਾਂ ਮੈਨੂੰ ਸਮਝ ਲਓ ਜਾਂ ਮੈਨੂੰ ਸਮਝਾ ਲਓ। ਮੈਂ ਫੌਜ ਤੋਂ ਐਕਸ ਆਰਮੀ ਮੈਨ ਆ ਜੀ, ਹਾਂ, ਕੈਪਟਨ ਸੀਗਾ ਫੌਜ ਦੇ ਵਿੱਚ। ਔਰ ਮੈਨੂੰ ਇੱਕ ਗੱਲ ਹੈ ਜੀ, ਸਾਨੂੰ ਇੱਕੋ ਚੀਜ਼ ਸਿਖਾਈ ਜਾਂਦੀ ਹੈ, ਨਿਸ਼ਾਨਾ ਲਗਾ ਕੇ ਗੋਲੀ ਚਲਾ ਦਿਓ। ਇਹਨਾਂ ਨੇ ਮੈਨੂੰ ਕਮਾਂਡਰ ਬਣਾਤਾ ਆਪਣੀ ਟੀਮ ਦਾ, ਤੇ ਇਹਨਾਂ ਦਾ ਫਰਜ਼ ਇਹ ਨਹੀਂ ਬਣਦਾ ਕਿ ਅਸੀਂ ਆਪਣੇ ਕਮਾਂਡਰ ਦੀ ਗੱਲ ਸੁਣਨੀ ਹੈ। ਫੰਡਿੰਗ ਕੌਣ ਅਰੇਂਜ ਕਰ ਰਿਹਾ ਹੈ? ਮੈਂ ਨਹੀਂ ਕਹਿ ਰਿਹਾ ਕਿ ਮੈਂ ਫੰਡ ਲਾ ਰਿਹਾ, ਮੈਂ ਜਿੱਤੋਂ ਮਰਜ਼ੀ ਅਰੇਂਜ ਕਰਾ ਰਿਹਾ ਜੀ। ਕਿਆ ਇਹਨਾਂ ਦਾ ਇਹ ਫਰਜ਼ ਨਹੀਂ ਬਣਦਾ, ਅਗਰ ਸੈਨੀਟਾਈਜ਼ਰ ਦੀ 20 ਲੀਟਰ ਦੀ ਉਹਨੂੰ ਕੇਨ ਭਰ ਕੇ ਭੇਜਿਆ ਗਿਆ ਹੈ ਕਿ 4 ਗਲੀਆਂ ਕਰਕੇ ਆਣੀਆਂ, ਇੱਕੋ ਘਰ 'ਚ 20 ਲੀਟਰ ਸਿੱਟ ਕੇ ਆ ਜਾਣਗੇ, ਤੇ ਸਰ ਸਿੱਖ ਸੰਗਤ ਦਾ ਪੈਸਾ ਖਰਾਬ ਹੋ ਰਿਹਾ, ਉਹ ਮੇਰਾ ਨਹੀਂ ਖਰਾਬ ਹੋ ਰਿਹਾ, ਉਹ ਸੰਗਤ ਦਾ ਪੈਸਾ ਖਰਾਬ ਹੋ ਰਿਹਾ। ਔਰ ਉਹ ਗੱਲਾਂ ਇਹਨਾਂ ਨੂੰ ਸਮਝਾਈਆਂ ਗਈਆਂ ਨੇ, ਉਹਦੀ ਸਾਰੀ ਗਵਾਹੀ ਜਿਹੜੇ 27 ਸੇਵਾਦਾਰ ਨੇ ਤੁਹਾਨੂੰ ਦੇਣਗੇ ਕਿ ਇਹਨਾਂ ਬੰਦਿਆਂ ਨੇ ਕੀ ਕੀ ਕੀਤਾ। ਇਹਨਾਂ ਬੰਦਿਆਂ ਨੇ ਲਾਂਗਰੀ ਨਾਲ ਲੜਾਈ ਕੀਤੀ, ਇਹਨਾਂ ਬੰਦਿਆਂ ਨੇ ਅੰਦਰ ਗੁਰੂ ਘਰ 'ਚ ਲੜਾਈ ਕੀਤੀ, ਇਹਨਾਂ ਬੰਦਿਆਂ ਨੇ ਕੋਈ ਜਗ੍ਹਾ ਨਹੀਂ ਛੱਡੀ, ਈਵਨ ਸੜਕ ਤੇ ਵੀ ਲੜਾਈ ਕੀਤੀ। ਹਰ ਚੀਜ਼ ਦੀ ਸਾਡੇ ਕੋਲ ਗਵਾਹੀ ਹੈ ਸਾਡੇ ਕੋਲ। ਇਸ ਕਰਕੇ ਇਹ ਮੁੰਡਿਆਂ ਨੇ 10-12 ਦਿਨ ਬਾਅਦ ਸੇਵਾ ਛੱਡ ਦਿੱਤੀ। ਮੈਂ ਕਹਿੰਦਾ ਜੀ, ਤੁਸੀਂ ਬਹੁਤ ਅੱਛੀ ਗੱਲ ਆ, ਸੇਵਾਵਾਂ ਕੀਤੀਆਂ, ਪਰ ਮੈਨੂੰ ਕਹਿੰਦੇ ਨਾ ਕਦੇ ਕਿਤੇ ਨਾ ਕਿਤੇ ਬੰਦੇ ਤੋਂ ਕਮੀ ਹੋ ਜਾਂਦੀ ਆ। ਸੋ ਮੈਨੂੰ ਦੱਸਿਆ ਗਿਆ, ਹੋਰ ਮੈਂ ਉਹ ਵੀਡੀਓ ਵੀ ਦੇਖ ਕੇ ਆ ਰਿਹਾ ਕਿ ਜਿਹੜੇ ਕੁਝ ਸੇਵਾਦਾਰ ਸੀਗੇ ਜਿਹੜੇ ਤੁਹਾਡੇ ਨਾਲ ਸੇਵਾਵਾਂ ਕਰ ਰਹੇ ਸੀ, ਗੁਰੂ ਘਰ ਦੀਆਂ ਖੰਡੇ ਦੀਆਂ, ਸ਼ਾਇਦ ਗੁਰੂ ਘਰ ਦਾ ਨਾਂ ਲਿਖੇ ਹੋਏ ਦੀ ਟੀ-ਸ਼ਰਟਾਂ ਪਾਈਆਂ ਹੋਈਆਂ ਸੀਗੀਆਂ। ਉਸ ਦੇ ਵਿੱਚ ਉਹ ਟੀ-ਸ਼ਰਟਾਂ ਪਾ ਕੇ ਉਹ ਸੇਵਾ ਕਰਨ ਤੋਂ ਬਾਅਦ, ਸੇਵਾ ਦੇ ਦੌਰਾਨ ਨਹੀਂ, ਸੇਵਾ ਕਰਨ ਤੋਂ ਬਾਅਦ ਉਹਨਾਂ ਦੀ ਕੋਈ ਨਸ਼ਾ ਕਰਨ ਦੀ ਕੋਈ ਵੀਡੀਓ, ਕੋਈ ਹੁੱਕੇ ਪੀਣ ਦੀਆਂ, ਸਿਗਰਟ ਤੰਬਾਕੂ ਦੀ ਕੋਈ ਐਸੀ, ਈਵਨ ਜੋ ਲਾਂਗਰੀ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੀ ਵੀ ਜਿਹੜੀ ਹੈਗੇ ਗਸ਼ ਲਗਾਉਂਦੇ ਦੀ ਕੁਝ ਵੀਡੀਓ ਸਾਹਮਣੇ ਆ ਰਹੀ ਹੈ। ਉਹ ਕਹਿੰਦੇ ਜੀ ਅਸੀਂ ਇਸ ਗੱਲ ਦਾ ਉਹਨਾਂ ਤੇ ਇਤਰਾਜ਼ ਕੀਤਾ। ਤੁਹਾਨੂੰ ਨਹੀਂ ਲੱਗਦਾ ਇਤਰਾਜ਼ ਜਾਇਜ਼ ਸੀਗਾ ਕਿਤੇ ਨਾ ਕਿਤੇ? ਮੈਂ ਕੁਲਦੀਪ ਸਿੰਘ ਨਾਲ ਇਹ ਗੱਲ ਕੀਤੀ ਸੀ। ਮੈਂ ਕੁਲਦੀਪ ਸਿੰਘ, ਅਗਰ ਤੈਨੂੰ ਵੀਡੀਓ ਮਿਲੀ ਸੀ ਤੂੰ ਪਹਿਲਾਂ ਕਿਉਂ ਨਹੀਂ ਦਿੱਤੀ? ਕਹਿੰਦਾ ਜੀ ਜਾਇਜ਼ ਸੀ ਕਿ ਨਹੀਂ ਜਾਇਜ਼? ਮੇਰੀ ਗੱਲ ਤਾਂ ਸੁਣ ਲਓ ਸਰ। ਗੁਰੂ ਘਰ ਦੀ ਟੀ-ਸ਼ਰਟ ਪਾ ਕੇ ਮੈਂ ਕਹਿੰਦਾ ਜੀ ਕੋਈ ਬੰਦਾ, ਉਸ ਬੰਦੇ ਨੂੰ ਹੈ ਮੰਨਦੇ ਹੋ ਨਾ? ਬਿਲਕੁਲ ਮੈਂ ਮੰਨ ਰਿਹਾ ਸਰ। ਭਾਵੇਂ ਉਹ ਟੀ-ਸ਼ਰਟ ਲਾ ਕੇ, ਮੈਂ ਕਰਦਾ ਸੇਵਾ ਕਰਕੇ ਆਏ, ਉਹਦਾ ਨਿੱਜੀ ਲਾਈਫ ਹੈ, ਉਹਦੀ ਨਿੱਜੀ ਜ਼ਿੰਦਗੀ ਹੈ, ਉਹ ਟੀ-ਸ਼ਰਟ ਉਤਾਰ ਕੇ ਜੋ ਮਰਜ਼ੀ ਬਿਲਕੁਲ ਸਰ ਕਰ ਸਕਦਾ ਹੈ। ਪਰ ਮੇਰੀ ਗੱਲ ਸੁਣੋ, ਝਗੜਾ ਹੀ ਇਸੇ ਗੱਲ ਦਾ, ਮੇਰੀ ਗੱਲ ਤਾਂ ਸੁਣੋ ਨਾ, ਝਗੜਾ ਹੀ ਇਸੇ ਗੱਲ ਦਾ ਸਰ। ਮੇਰੀ ਤਾਂ ਤੁਸੀਂ ਇੱਕ ਗੱਲ ਤਾਂ ਸੁਣੋ, ਇਹ ਬੰਦਿਆਂ ਨੂੰ ਜਾਣਦਾ ਕੌਣ ਸੀਗਾ ਜੀ? ਮੈਂ ਤਾਂ ਜਾਣਦਾ ਨਹੀਂ। ਇਹ ਸਾਰੇ ਸੇਵਾਦਾਰ, ਇਹ ਸਾਰੇ ਇਕੱਠੇ ਹੀ ਨੇ ਜੀ। ਮੈਂ ਹੀ ਇਹਨਾਂ ਚੋਂ ਲੱਗਦਾ ਜੀ। ਮੈਂ ਇਹਨਾਂ ਨੂੰ ਸੇਵਾਦਾਰਾਂ ਨੂੰ ਕਿਸੇ ਨੂੰ ਨਹੀਂ ਜਾਣਦਾ। ਇਹ ਸਾਰੇ ਆਪਸ ਹੀ ਜਾਣਦੇ ਨੇ ਕੌਣ ਨਸ਼ਾ ਕਰਦਾ ਤੇ ਕੌਣ ਨਹੀਂ ਕਰਦਾ। ਦੂਜੀ ਗੱਲ ਰਹਿ ਗਈ, ਸਾਨੂੰ ਇਹ ਵੀ ਸੁਣਨ ਚ ਆਇਆ ਜਿਹੜਾ ਬੱਬੂ ਹੈ ਬਲਵੰਤ ਸਿੰਘ, ਉਹ ਵੀ ਸਹਿਜਧਾਰੀ ਹੈ ਨਾ, ਇਹ ਨਸ਼ਾ ਵੀ ਕਰਦਾ ਹੈ ਔਰ ਇਹ ਮਹਾਰਾਜ ਦੇ ਤਾਬਿਆਂ 'ਚ ਬਹਿ ਕੇ ਉਹਦਾ ਆਪਣਾ ਕੀ ਕਹਿੰਦੇ ਆ, ਆਪਣਾ ਮਹਾਰਾਜ ਦਾ ਪਾਠ ਵੀ ਕਰਦਾ ਉੱਪਰ ਬਹਿ ਕੇ। ਇਹ ਅਲਾਉਡ ਹੈ? ਇਹ ਜੋ ਕਰਨ, ਇਹ ਸਭ ਕੁਝ ਠੀਕ ਹੈ। ਅਗਰ ਉਸ ਬੰਦੇ ਨੂੰ ਲਾਂਗਰੀ ਨੇ ਗਲਤੀ ਕੀਤੀ, ਅਗਰ ਇਹ ਕਹਿ ਦੇਣ ਕਿ ਮੈਂ ਉਹਨੂੰ ਬਚਾਉਣ ਆਇਆ, ਲਾਂਗਰੀ ਨਹੀਂ ਹੋਰ ਮੁੰਡਿਆਂ ਦੇ, ਮੈਂ ਕਹਿੰਦਾ ਜਿਹਨੇ ਮਰਜ਼ੀ ਕੀਤੀ, ਇਹ ਕਹਿ ਦੇਣ ਮੈਂ ਉਹਨੂੰ ਬਚਾਉਣ ਆਇਆ। ਇਹਨਾਂ ਕੋ ਲਾਂਗਰੀ ਨੇ ਵੀਡੀਓ ਦਿਖਾਈ ਹੈ ਕਸ਼ਮਾਰ ਦੇ ਦੀ। ਅਗਰ ਉਹ ਮੈਂ ਵੀਡੀਓ 'ਚ ਦੇਖਣ ਤੋਂ ਬਾਅਦ ਉਹਨੂੰ ਮੈਂ ਆਪ ਕਿਹਾ, ਮੈਂ ਕਿਹਾ ਸਤਪਾਲ ਸਿੰਘ ਤੈਨੂੰ ਕਮੇਟੀ ਬੁਲਾ ਰਹੀ ਹੈ। ਸਤਪਾਲ ਸਿੰਘ ਆਇਆ, ਇਹਨਾਂ ਨੇ ਉਹਦਾ ਗਾਤਰਾ ਲਵਾਇਆ। ਸਰਦਾਰ ਮੋਹਨ ਸਿੰਘ ਆਏ ਸੀ, ਉਹ ਬੰਦਾ ਚੁੱਪ ਕਰਕੇ ਚਲਾ ਗਿਆ ਜੀ। ਤੁਸੀਂ ਇਹ ਦੱਸੋ, ਇਹਨਾਂ ਦੀ ਕਿਸੇ ਕਾਰਵਾਈ ਵਿੱਚ ਮੈਂ ਆਇਆ ਹੋਵਾਂ ਤਾਂ ਮੈਨੂੰ ਗੁਨਾਹਗਾਰ ਕਹਿੰਦੇ? ਇਲਜ਼ਾਮ ਕਿਉਂ ਲੱਗ ਰਹੇ? ਇਲਜ਼ਾਮ ਤਾਂ ਤੁਹਾਡੇ ਤੇ ਲੱਗ ਰਿਹਾ ਕਿ ਤੁਸੀਂ ਬਾਹਰੋਂ ਬੰਦੇ ਬੁਲਾ ਕੇ, ਕੋਈ ਕਹਿ ਰਿਹਾ ਜੀ ਬਲੇਡ ਵੀ ਤੁਸੀਂ ਮਾਰੇ ਆ, ਕੋਈ ਕਹਿੰਦਾ ਜੀ ਬੰਦੂਕਾਂ ਵੀ ਮਨਵਾਇਆ, ਉਹ ਕਹਿ ਰਹੇ ਤੁਸੀਂ ਬੰਦੂਕਾਂ ਵੀ ਵਾਲੇ ਬੰਦੇ ਵੀ ਬੁਲਾਏ ਆ, 25 ਬੰਦਿਆਂ ਨੂੰ ਫੋਨ ਕਰਕੇ ਬੁਲਾ ਕੇ ਉਹਨਾਂ ਨੂੰ ਕੁੱਟਵਾਉਣ ਦਾ ਇਲਜ਼ਾਮ ਤੁਹਾਡੇ ਤੇ ਕਿਉਂ ਆ ਰਿਹਾ? ਮੈਂ ਇਹੀ ਪੁੱਛ ਰਿਹਾ, ਤੁਹਾਡੇ ਤੇ ਇਲਜ਼ਾਮ ਕਿਉਂ ਆ ਰਿਹਾ? ਮੈਂ ਤੁਹਾਨੂੰ ਇੱਕ ਗੱਲ ਛੋਟੀ ਜਿਹੀ ਕਵਾਂਗਾ, ਮੈਂ ਤਾਂ ਚਲੋ ਆਪਣੇ ਬਾਰੇ ਸੱਚ ਹੀ ਬੋਲੂੰਗਾ ਜੋ ਬੋਲੂੰਗਾ। ਤੁਸੀਂ ਸਵੇਰੇ ਕੈਮਰਾ ਲੈ ਕੇ ਆ ਪੂਰੀ ਕਲੋਨੀ ਖੜੀ ਹੈ ਜੀ, ਪੂਰੀ ਕਲੋਨੀ ਖੜੀ ਹੈ। ਤੁਸੀਂ ਕਲੋਨੀ ਦੇ ਕਿਸੇ ਵੀ ਬੰਦੇ ਤੋਂ ਮੇਰੇ ਬਾਰੇ ਪੁੱਛ ਕੇ ਦੇਖੋ ਤੇ ਉਹ ਤੁਹਾਨੂੰ ਦੱਸੇਗਾ ਕਿ ਮੈਂ ਕੀ ਹੈਗਾ। ਮੈਂ ਆਪਣੀ ਕਿਉਂਕਿ ਉਹ ਲੋਕ ਉਹੀ ਜਵਾਬ ਦੇ ਰਹੇ ਨੇ। ਮੈਂ ਕਹਿ ਰਿਹਾ ਹੋ ਸਕਦਾ ਤੁਸੀਂ ਠੀਕ ਹੋ ਸਕਦਾ ਉਹ ਗਲਤ ਹੋਣ, ਹੋ ਸਕਦਾ ਉਹ ਠੀਕ ਹੋਣ, ਹੋ ਸਕਦਾ ਤੁਸੀਂ ਗਲਤ ਹੋਵੋ, ਦੋਨਾਂ ਚੋਂ ਕੁਝ ਵੀ ਹੋ ਸਕਦਾ। ਐਵੇਂ ਤਾਂ ਮੈਂ ਕਹਿੰਦਾ ਕੱਲ ਨੂੰ ਕੁਲਦੀਪ ਸਿੰਘ ਚੋਰ ਹੈ ਜੀ ਤੇ ਉਹ ਚੋਰ ਹੋ ਜਾਏਗਾ। ਇਸ ਗੱਲ ਦਾ ਤੁਸੀਂ ਮੈਨੂੰ ਜਵਾਬ ਦਿਓ। ਅਗਰ ਕੁਲਦੀਪ ਸਿੰਘ ਸਾਹਿਬ, ਮਸਲਾ ਇਹੀ ਹੈਗਾ ਕਿ ਤੁਹਾਡੀ ਜਿਹੜੀ ਹੈਗੀ, ਹੋ ਸਕਦਾ ਹੈ ਕਿ ਧਿਰਾਂ ਦੀ ਦੋ ਆਪਸ ਦੇ ਵਿੱਚ ਕੋਈ ਝਗੜਾ ਸੀਗਾ, ਪਰ ਕੀ ਉਹਦਾ ਸੋਲੂਸ਼ਨ ਜਾਂ ਕਨਕਲੂਜਨ ਚ ਕੀ ਉਹ ਗੱਲ ਦਸਤਾਰ ਦੀ ਬੇਅਦਬੀ ਜਾਂ ਕੇਸਾਂ ਦੀ ਬੇਅਦਬੀ ਤੇ ਕਿਉਂ ਮੁੱਕੀ? ਝਗੜਾ ਸਿਰਫ ਹੈ, ਜੇ ਤੁਹਾਡਾ ਝਗੜਾ, ਮੈਂ ਤੁਹਾਨੂੰ, ਤੁਸੀਂ ਯਕੀਨ ਮੰਨੋਗੇ, ਜੇ ਤੁਹਾਡਾ ਝਗੜਾ ਹੋ ਜਾਂਦਾ, ਜੇ ਕੁੱਟਮਾਰ ਹੋ ਜਾਂਦੀ, ਸ਼ਾਇਦ ਹੋ ਸਕਦਾ ਕੋਈ ਖੂਨ ਨਿਕਲ ਜਾਂਦਾ ਜਾਂ ਕੋਈ ਛਲ ਪੈ ਜਾਂਦਾ। ਜੇ ਦਸਤਾਰ ਨਾ ਉਤਰੀ ਹੁੰਦੀ, ਜੇ ਕੇਸਾਂ ਤੇ ਹੱਥ ਨਾ ਪਿਆ ਹੁੰਦਾ, ਕੇਸਾਂ ਨੂੰ ਫੜ ਕੇ ਘੜੀਸਿਆ ਨਾ ਹੁੰਦਾ, ਅਸੀਂ ਦੋਨੋਂ ਬੈਠ ਕੇ ਇੱਥੇ ਗੱਲ ਨਾ ਕਰ ਰਹੇ ਹੁੰਦੇ। ਕਿਉਂਕਿ ਉਹ ਆਪਸੀ ਝਗੜਾ ਔਰ ਇਹੋ ਜਿਹੇ ਝਗੜੇ ਦਿੱਲੀ ਕੀ ਪੂਰੀ ਦੁਨੀਆ ਦੇ ਵਿੱਚ ਰੋਜ਼ ਹੋ ਰਹੇ ਨੇ। ਤੁਸੀਂ ਮੰਨਦੇ ਹੋ ਨਾ, ਰੋਜ਼ ਹੋ ਰਹੇ ਨੇ। ਆਪਾਂ ਇਸੇ ਕਰਕੇ ਇੱਥੇ ਬੈਠੇ ਹਾਂ ਕਿ ਸਿਰਫ ਦਸਤਾਰ ਦੀ ਬੇਅਦਬੀ ਔਰ ਕੇਸਾਂ ਦੀ ਬੇਅਦਬੀ ਕਿਉਂ ਹੋਈ ਆ, ਆਪਾਂ ਇਸੇ ਕਰਕੇ ਬੈਠੇ ਹਾਂ। ਡਿਬੇਟ ਆਈ ਹੈ ਕਿ ਝਗੜਾ ਕੁਝ ਵੀ ਸੀ, ਕਨਕਲੂਜਨ ਹੈ ਕਿਉਂ ਨਹੀਂ? ਮੇਰੀ ਗੱਲ ਸੁਣੋ, ਅਸੀਂ ਦੋ ਸਰਦਾਰ ਭਰਾ ਇੱਕ ਘਰ ਦੇ ਵਿੱਚ ਜਾਂ ਸੜਕ ਤੇ ਵੀ ਖੜੇ ਹਾਂ।
ਜਦੋਂ ਅਸੀਂ ਇਹ ਦੋਨੋਂ ਜਣੇ ਲੜਦੇ ਹਾਂ ਸਾਡੀਆਂ ਪੱਗਾਂ ਉੱਥੇ ਵੀ ਉਤਰਦੀਆਂ ਨੇ ਜੀ, ਤੇ ਅਸੀਂ ਉਹਨੂੰ ਕੋਈ ਚੈਨਲ ਕਦੀ ਕਵਰ ਨਹੀਂ ਕਰਦਾ, ਤੇ ਉਹਨਾਂ ਦੋਨੋਂ ਸਿੱਖ ਬੰਦਿਆਂ ਨੂੰ ਅਲਾਉਡ ਹੋ ਜਾਂਦਾ ਹੈ ਕਿ ਬਾਲੋਂ ਵੀ ਫੜ ਕੇ ਖਿੱਚ ਲੈਣ। ਜਦੋਂ ਕਮੇਟੀਆਂ ਲੜਾਈਆਂ ਹੁੰਦੀਆਂ ਨੇ ਉੱਥੇ ਕਿਰਪਾਨਾਂ ਵੀ ਨਿਕਲਦੀਆਂ ਨੇ, ਤੇ ਇੱਕ ਦੂਜੇ ਦੇ ਆਪਣਾ ਮੈਂ ਨਾ ਹੀ ਨਹੀਂ ਬੋਲਣਾ ਚਾਹੁੰਦਾ ਉਹਨੂੰ ਵੀ ਪੁੱਟਦੇ ਨੇ, ਤੇ ਭਾਈ ਸਾਹਿਬ ਉਹ ਕੀ ਗੱਲਾਂ ਸਭ ਜਾਇਜ਼ ਹੁੰਦੀਆਂ ਨੇ? ਬਿਲਕੁਲ ਨਾਜਾਇਜ਼ ਜਾਇਜ਼ ਹੁੰਦੀਆਂ ਨਾ। ਤੇ ਇਹ ਜੋ ਕੁਝ ਹੋਇਆ ਇਹ ਬਿਲਕੁਲ ਗਲਤ ਹੈ, ਮੈਂ ਇਸ ਗੱਲ ਨੂੰ ਖੁਦ ਕਹਿ ਰਿਹਾ ਗਲਤ ਹੈ, ਪਰ ਇਹ ਕੰਮ ਮੈਂ ਨਹੀਂ ਕੀਤਾ। ਅਗਰ ਮੈਂ ਸਾਥ ਦਿੰਦੇ ਕਿਉਂ? ਭਾਈ ਸਾਹਿਬ ਮੇਰੀ ਗੱਲ ਸੁਣੋ, ਮੇਰੇ 'ਚ ਰੋਸ ਸੀਗਾ, ਮੈਂ ਔਰ ਨਾਲ ਖੜੇ ਉਹਨਾਂ ਦੇ। ਅਗਰ ਭਾਈ ਸਾਹਿਬ ਮੈਂ ਨਾਲ ਖੜੇ ਥਾਣੇ 'ਚ ਨਾਲ ਖੜਾ ਨਾ ਹੁੰਦਾ ਤੇ ਪਬਲਿਕ ਉਹਨੂੰ ਮਾਰ ਦਿੰਦੀ ਜਾਨ ਤੋਂ, ਅਗਰ ਮੈਂ ਨਾਲ ਨਾ ਖੜਾ ਹੁੰਦਾ ਤੇ। ਤੁਸੀਂ ਥਾਣੇ 'ਚ ਨਾਲ ਖੜੇ ਉਹਨਾਂ ਦੇ ਨਾਲ, ਥਾਣੇ 'ਚ ਤੁਹਾਡੇ ਨਾਲ ਔਰ ਉਹਨਾਂ ਦੇ ਨਾਲ ਕੰਪਰੋਮਾਈਜ਼ ਕਿਉਂ ਹੋਇਆ? ਮਤਲਬ ਤੇਰਾ ਦੋ ਹੀ ਸੀਗੀਆਂ ਨਾ। ਕੁਲਦੀਪ ਸਿੰਘ ਨੂੰ ਜੀ ਕਹਿ ਕੇ ਬੁਲਾਇਆ, ਉਹਦਾ ਗਵਾਹ ਹੈੱਡ ਕਾਂਸਟੇਬਲ ਆ ਉੱਥੇ, ਕਹਿੰਦਾ ਓਏ ਤੇਰੇ ਨਾਲ ਮੈਂ ਗੱਲ ਨਹੀਂ ਕਰਨੀ। ਇਹ ਕੁਲਦੀਪ ਸਿੰਘ ਦੀ ਵਾਡੀ ਸੀ, ਉਹ ਤਾਂ ਮੈਂ ਕਿੰਨੇ ਸਾਲ ਵੱਡਾ ਜੀ, ਇਹ ਕੁਲਦੀਪ ਸਿੰਘ ਦੀ ਵਾਡੀ ਹੈ, ਕਹਿੰਦਾ ਮੈਂ ਤਾਂ ਤੇਰੇ ਨਾਲ ਗੱਲ ਨਹੀਂ ਕਰਦਾ। ਇਹ ਕੁਲਦੀਪ ਸਿੰਘ ਦੀ ਵੱਡੀਆਂ ਭਾਈ ਸਾਹਿਬ, ਅਗਰ ਮੈਂ ਨਿਮ ਰਿਹਾ ਨਾ ਤਾਂ ਦੂਜੇ ਬੰਦੇ ਨੂੰ ਨਿਮਣਾ ਪਏਗਾ। ਅਗਰ ਮੈਂ ਫਸਾਦ ਕਰਨਾ ਹੁੰਦਾ, ਮੈਂ ਤੁਹਾਨੂੰ ਫੋਨ ਤੇ ਵੀ ਕਿਹਾ ਸੀ, ਤੁਸੀਂ ਵੀ ਕਿਹਾ ਸੀ, ਅਗਰ ਢਿੱਡ ਚੱਕਾਂਗੇ ਭਾਈ ਸਾਹਿਬ ਨੰਗੇ ਸਾਰੇ ਹੋਵਾਂਗੇ। ਇਹ ਸਾਰਾ ਜਿਹੜਾ ਏਰੀਆ ਇੱਥੇ ਸਿਰਫ ਆਪਣੇ 50-60 ਸਿੱਖ ਫੈਮਲੀਆਂ ਰਹਿੰਦੀਆਂ ਨੇ ਜੀ, ਮੰਨਦੇ ਹੋ ਤੁਸੀਂ ਇਸ ਗੱਲ ਨੂੰ? ਸਾਰੇ ਆਪਣੇ ਤੇ ਹਿੰਦੂ ਜੈਂਟਲਮੈਨਾਂ ਦੀ ਜਿੱਥੇ ਮੈਜੋਰਟੀ ਸਾਰੀ ਜ਼ਿਆਦਾ ਹੈ, ਪਰ ਅੱਜ ਤੱਕ ਇੱਥੇ ਇਦਾਂ ਦਾ ਕਦੀ ਮੁੱਦਾ ਨਹੀਂ ਹੋਇਆ ਜਿਸ ਮੁੱਦੇ ਨੂੰ ਇਹ ਭੁਨਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਫਿਰ ਇਹਨਾਂ ਨੇ ਮੈਂ ਤੇ SC ST ਦਾ ਇਲਜ਼ਾਮ ਲਗਾ ਰਹੇ ਨੇ ਜੀ ਕਿ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ। ਮੈਨੂੰ ਤੇ ਇਹੀ ਨਹੀਂ ਪਤਾ ਕਿ ਇਹ ਬੰਦਾ ਕੌਣ ਹੈ ਜਿਹਨੂੰ 20-22 ਦਿਨ ਤੋਂ ਮੈਂ ਜਾਣਦਾ। ਦੂਸਰੀ ਗੱਲ ਹੈ, ਆਪਣੇ ਮੂੰਹ ਤੋਂ ਇਹ ਕਹਿੰਦੇ ਨੇ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ, ਤੇ ਫਿਰ ਇਹ ਜਾਤੀ ਸੂਚਕ ਆਪਣੇ ਸਰਟੀਫਿਕੇਟ ਲੈ ਕੇ ਉਦੋਂ ਥਾਣੇ ਕਿਉਂ ਗਏ ਸੀ? ਇਹ ਬੰਦੇ ਰਾਤ ਨੂੰ ਥਾਣੇ ਲੈ ਕੇ ਗਏ ਨੇ। ਉਦੋਂ आईओ ने भी किया, कहना सरदार जी ये जो तुमने टी-शर्ट फाड़ी है ना, चक्कू ऐसे नहीं कभी लगता, ऐसे नहीं लगता, चक्कू ऐसे लगता है। ये आईओ ने उत्थे गल कही है। फिर इन्होंने सोशल मीडिया का वीडियो बनाई, मैं तुहानू दिना, वो च इन्होंने ये गल कही, मैनू नहीं पता वो सरदार भाई साहब मेरे कौन है, गुरु घर के बाहर खड़े हो गए कि इन्होंने वो गल कही है कि डॉक्टर रियाद ने पुलिस वालियां नू प्रैशर विच लैके ते मामले की MLC ने। भाई साहब कानून, मैं कानून तो वड्डा हो गया या तुसी कानून तो वड्डे हो गए हो? कानून सब दा है। उस तो बाद इन्होंने सोशल मीडिया चला, किते भी चला, हर जगह इन्होंने वीडियो चलाया, आप कुछ नहीं किया। मैं वकील नाल गल की, कहते डॉक्टर साहब शांत होकर बैठ जाओ। मैं शांत होकर बैठा, मैनू पता लग गया कि मेरी ACP को कंप्लेंट चलेगी है, असं थाने जावांगे, सॉर्ट आउट करांगे। उस तो बाद जो मेरा हक है, जो मेरा राइट बनता है, डेमोक्रेटिक मेरा राइट बनता है, वो मैं करांगा। मैं छड्डांगा नहीं इन्होंने किसी भी, मैं बिल्कुल आई विल ड्रैग देम इन द कोर्ट। और उत्थे नाल सवाल पूछांगा कि जो तुसी मेरी प्रेस्टीज नूं हैंपर कीता है, ये जिहड़ा मानहानि दा दावा इन्हां सारे बंदिआं ते मैं अज तुहाडे चैनल ते कह रहा, ये बिल्कुल दवांगा इन्हां ते। और इन्हां नूं उत्थे जवाब देना पेगा कि एक बगैर किसी कारण दे एक नॉन इशू नूं इशू बना के, मोने सरदार दा मुद्दा बना के कि बाल पुट ले, पग खिचती, जो कुछ होया लड़ाई दे विच होया, उस मुद्दे नूं ये जान के इन्हां ने भुनाया गया, क्योंकि ये बंदे मेरे नाल पर्सनली दवेश रखते हैं। वो तुसी अपनी कंप्लेंटां च भी दस रहे हो कि मेरे नाल इन्हां दा की दवेश है। दवेश मैं दसदा भाई साहब कित्थे है? दवेश सिर्फ इस गल दा है कि कमेटी ने मैनू मोहरी बना दिता, ਉਹਦਾ ਲੈਟਰ ਮੇਰੇ ਕੋਲ ਪਿਆ ਹੈ, ਉਹ ਲੈਟਰ ਮੇਰੇ ਕੋਲ ਪਿਆ ਹੈ, ਤੇ ਉੱਥੇ ਪ੍ਰਧਾਨ ਸਾਹਿਬ ਨੇ ਸਾਫ਼ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਇੱਥੇ ਜਿਹੜੀ ਵੀ ਕੋਈ ਸੇਵਾ ਕੀਤੀ ਜਾ ਰਹੀ ਹੈ ਉਹ ਡਾਕਟਰ ਸਾਹਿਬ ਦੇ ਸੁਪਰਵਿਜ਼ਨ 'ਚ ਕੀਤੀ ਜਾਏਗੀ। ਇਹ ਮੇਨ ਕਲੇਸ਼ ਦੀ ਜੜ ਹੈ, ਇਹ ਪ੍ਰਧਾਨ ਸਾਹਿਬ ਨੇ ਲਿਖ ਕੇ ਦਿੱਤਾ ਹੈ, ਠੀਕ ਹੈ ਜੀ। ਔਰ ਮੈਂ ਫਿਰ ਵੀ ਤੁਹਾਡੇ ਚੈਨਲ ਤੇ ਮੈਂ ਹੀ ਕਹੂੰਗਾ, ਜੋ ਕੁਝ ਹੋਇਆ ਬਿਲਕੁਲ ਗਲਤ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀਗਾ, ਪਰ ਹਰ ਬੰਦੇ ਦਾ ਆਪਣਾ ਆਪਣਾ ਰਾਈਟ ਹੈ। ਤੁਸੀਂ ਮੈਨੂੰ ਵੀ ਸੁਣਿਆ, ਉਹਨਾਂ ਨੂੰ ਵੀ ਸੁਣਿਆ। ਮੈਂ ਤੁਹਾਨੂੰ ਇੱਕ ਹੀ ਗੱਲ ਦਿੱਤੀ ਹੈ, ਮੇਰੇ ਕੋਲ ਸਾਰੇ ਸਬੂਤ ਨੇ, ਤੁਸੀਂ ਕੈਮਰਾ ਆਫ ਕਰੋਗੇ ਤੁਹਾਨੂੰ ਮੈਂ ਸਬੂਤ ਵੀ ਦਿਖਾ ਦਿਆਂਗਾ। ਤੁਹਾਨੂੰ ਮੈਂ ਹੁਣੀ ਸਬੂਤ ਦਿਖਾ ਕੇ ਭੇਜਾਂਗਾ ਕਿ ਤੁਸੀਂ ਸਬੂਤ ਵੀ ਦੇਖੋ। ਮੈਂ ਬਗੈਰ ਸਬੂਤ ਦੇ ਗੱਲ ਨਹੀਂ ਕਰਦਾ, ਪੜ੍ਹਿਆ ਲਿਖਿਆ ਆਦਮੀ ਹਾਂ, ਸਬੂਤ ਵੀ ਦਿਖਾਵਾਂਗਾ। ਫਿਰ ਉਸ ਤੋਂ ਬਾਅਦ ਅਗਰ ਇਹ ਸਾਡੇ ਸਵਾਲਾਂ ਦੇ ਜਵਾਬ ਮੇਰਾ ਵਕੀਲ ਕਰੇਗਾ ਇਹਨਾਂ ਤੋਂ, ਆਪਾਂ ਸਵੇਰੇ ਅਗਰ ਥਾਣੇ ਜਾਣਾ ਹੈ ਥਾਣੇ ਜਾਵਾਂਗੇ, ਥਾਣੇ ਜਾਵਾਂਗੇ। ਬਿਲਕੁਲ ਬਿਲਕੁਲ ਮੈਂ ਡਰਦਾ ਨਹੀਂ ਕਿਸੇ ਗੱਲ ਤੋਂ ਕਿ ਮੈਨੂੰ ਆਪਣੇ ਝਗੜਾ ਹੋ ਸਕਦਾ, 100 ਗੱਲਾਂ ਹੋ ਸਕਦੀਆਂ, ਹੋ ਸਕਦਾ ਤੁਸੀਂ ਮਾਨਹਾਨੀ ਤੇ ਦਾਵਾ ਠੋਕੋ, ਕੇਸ ਠੋਕੋ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਕੀ ਤੁਸੀਂ ਮੰਨਦੇ ਹੋ ਕਿ ਜੋ ਕੇਸਾਂ ਦੀ ਬੇਅਦਬੀ ਹੋਈ ਹੈ ਉਹ ਠੀਕ ਹੋਇਆ, ਗਲਤ ਹੋਇਆ? ਭਾਈ ਸਾਹਿਬ ਇਹ ਤਾਂ ਗੱਲ ਤੁਸੀਂ ਇੱਕ ਵਾਰ ਕਵਾ ਲਓ ਭਾਵੇਂ 4 ਵਾਰ, ਜੋ ਗੱਲ ਗਲਤ ਹੈ, ਜੋ ਮੰਨਦੇ ਹੈ ਬਿਲਕੁਲ ਗਲਤ ਹੈ। ਠੀਕ ਹੈ, ਕੱਲ ਨੂੰ ਸਪੋਰਟ ਕਰੋਗੇ ਇਸ ਮਾਮਲੇ 'ਚ ਉਹਨਾਂ ਦੀ? ਸਰ ਮੇਰੀ ਗੱਲ ਸੁਣੋ, ਅਗਰ ਇਹਦੇ ਨਾਲ ਗਲਤ ਹੋਇਆ, ਧੱਕਾ ਹੋਇਆ, ਤੇ ਪਰ ਉਹਦਾ ਪਿੱਛੇ ਰੀਜ਼ਨ ਬਿਹਾਈਂਡ ਵੀ ਤਾਂ ਦੇਖੇਗੀ ਨਾ, ਕਾਨੂੰਨ ਤੇ ਦੇਖੇਗਾ ਕਿ ਇਹਦੇ ਪਿੱਛੇ ਇਹਨਾਂ ਨਾਲ ਕਿਉਂ ਕੁੱਟਮਾਰ ਹੋਈ ਹੈ। ਤੇ ਇਹਨਾਂ ਨੇ ਉਹ ਤੁਹਾਨੂੰ ਵੀਡੀਓ ਨਹੀਂ ਦਿਖਾਈ ਜਿਸ 'ਚ ਮੈਂ ਇਹਨਾਂ ਦੀ ਪੱਗ ਚੱਕ ਕੇ ਇਹਨਾਂ ਨੂੰ ਦੇ ਰਿਹਾ, ਔਰ ਪੱਗ ਚੱਕ ਕੇ ਇਹਨਾਂ ਨੂੰ ਪਾਉਣ ਵਾਸਤੇ ਵੀ ਦਿੱਤੀ ਹੈ, ਤੇ ਉਹ ਤੁਹਾਨੂੰ ਵੀਡੀਓ ਨਹੀਂ ਇਹ ਦਿਖਾ ਰਹੇ। ਉਹ ਵੀਡੀਓ ਮੈਨੂੰ ਦੇ ਦਿਓ, ਮੈਂ ਚਲਾ ਮੈਂ ਤੁਹਾਨੂੰ ਇੱਥੋਂ ਕਢਾਵਾਂਗਾ ਜੀ, ਮੈਂ ਵੀਡੀਓ ਮੈਂ ਬਿਲਕੁਲ ਕਢਾਵਾਂਗਾ, ਔਰ ਅਸੀਂ ਵਕੀਲ ਦੇ ਸਾਹਮਣੇ ਬਹਿ ਕੇ ਉਹ ਸਾਰਾ ਤੁਹਾਨੂੰ ਦਿਖਾਵਾਂਗੇ। ਪਰ ਇੱਕੋ ਹੀ ਚੀਜ਼ ਹੈ ਭਾਈ ਸਾਹਿਬ, ਇਹ ਜੋ ਵੀ ਕੁਝ ਹੋ ਰਿਹਾ ਹੈ ਇਹ ਸਿਰਫ ਵਰਚਸਵ ਦੀ ਲੜਾਈ, ਸਿਰਫ ਲੜਾਈ ਇਸ ਕਰਕੇ ਹੋਈ ਹੈ ਕਿਉਂਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਸੀ, ਕੁਰੀਤੀਆਂ ਸੀ। ਮੈਂ ਚੈਨਲ ਤੇ ਇਸ ਟਾਈਮ ਲਾਈਵ ਹੋ ਕੇ ਮੈਂ ਗੱਲ ਨਹੀਂ ਕਵਾਂਗਾ, ਨਾ ਰਿਕਾਰਡਿੰਗ ਚ ਕਹਾਂਗਾ, ਉਹ ਤੁਹਾਨੂੰ ਮੈਂ ਦੱਸ ਦਿਆਂਗਾ। ਬਹੁਤ ਸਾਰੀਆਂ ਐਸੀਆਂ ਗੱਲਾਂ ਹੋ ਗਈਆਂ ਸੀ ਜਿਹਦੇ ਕਰਕੇ ਸਾਡੇ ਤੋਂ ਪਰੇਸ਼ਾਨ ਸੀ। ਉਹ ਪਰੇਸ਼ਾਨੀ ਕਰਕੇ ਇਹ ਇਹਨਾਂ ਨੇ ਆਪਣੇ ਆ ਜਿਹੜਾ ਦਵੇਸ਼ਕ ਆਪਣੇ ਚ ਰੱਖਿਆ ਹੋਇਆ ਸੀਗਾ, ਕਿਉਂਕਿ ਇਹਨਾਂ ਦੀ ਕਮੇਟੀ ਨਾਲ ਨਹੀਂ ਲੱਗਦੀ, ਇਹ ਵਾਈਸ ਪ੍ਰੈਜ਼ੀਡੈਂਟ ਨੂੰ ਨਹੀਂ ਕਹਿੰਦੇ, ਇਹ ਨਾ ਇਹਨਾਂ ਦਾ ਇਹਨਾਂ ਦੇ ਜੋ ਪ੍ਰਧਾਨ ਸਾਹਿਬ ਉਹ ਨਹੀਂ ਸੁਣਦੇ। ਇਹ ਕੀ ਚਾਹੁੰਦੇ ਨੇ? ਇਹ ਭਾਈ ਸਾਹਿਬ ਗੁਰੂ ਘਰ ਇਹ ਸੰਗਤ ਦਾ ਹੈ, ਗੁਰੂ ਘਰ ਦੇ ਵਿੱਚ ਸੰਗਤ ਜਾਂਦੀ, ਉਹਨੂੰ ਪੁੱਛਦੇ ਆ ਤੂੰ ਸਾੜੀ ਪਾ ਕੇ ਆਈ ਹੈ, ਤੂੰ ਕੌਣ ਹੈ, ਤੂੰ ਕਿਉਂ ਗੁਰੂ ਘਰ ਆਈ ਹੈ? ਇਹ ਪੁੱਛਣ ਕੌਣ? ਹੂ ਦੇ ਯਾਰ, ਤੂੰ ਆ ਸੱਚ ਕੁਐਸਚਨ। ਇਹ ਕੌਣ ਹੁੰਦੇ ਨੇ ਪੁੱਛਣ ਵਾਲੇ? ਇਹ ਇਹਨਾਂ ਨੂੰ ਰਾਈਟ ਦਿੱਤਾ ਕਿਸੇ ਨੇ? ਇਹ ਕਿਸੇ ਸਿੱਖ ਬੰਦੇ ਨੂੰ ਰਾਈਟ ਦਿੱਤਾ ਕਿ ਜੋ ਕੋਈ ਅਗਰ ਹਿੰਦੂ ਜੈਂਟਲਮੈਨ ਦੀ ਵਾਈਫ ਗੁਰੂ ਘਰ ਦੇ ਅੰਦਰ ਜਾਂਦੀ ਉਹਨੇ ਪੁੱਛਣ ਕਿ ਤੁਸੀਂ ਇੱਥੇ ਗੁਰੂ ਘਰ 'ਚ ਕਿਉਂ ਆਏ ਹੋ? ਤੁਸੀਂ ਮੈਨੂੰ ਦੱਸੋ, ਇਸ ਗੱਲ ਦਾ ਜਵਾਬ ਦਿਓ। ਇਹ ਰਾਈਟ ਹੈ ਇਹਨਾਂ ਨੂੰ ਪੁੱਛਣ ਦਾ?
ਫਿਰ ਇਹ ਗਲਤ ਹੈ ਕਿ ਨਹੀਂ ਹੈ? ਔਰ ਜੋ ਮੈਂ ਤੁਹਾਨੂੰ ਹੁਣ ਵੀਡੀਓਜ਼ ਪੂਰੇ ਹੋਣੇ ਚਾਹੀਦੇ ਠੀਕ ਹੈ, ਔਰ ਮੈਂ ਤੁਹਾਨੂੰ ਹੁਣ ਵੀਡੀਓਜ਼ ਦਿਖਾਵਾਂਗਾ ਜਿੰਨੇ ਬੰਦੇ ਨੇ ਇੱਥੇ ਸੇਵਾ ਕੀਤੀ ਭਾਈ ਸਾਹਿਬ। ਅਗਰ ਕੋਈ ਬੰਦਾ ਅਗਰ ਮਰਿਆਦਾ ਦੇ ਅੰਦਰ ਬਾਹਰ ਸੀ ਤਾਂ ਮੈਂ ਉਹਦਾ ਗੁਨਾਹਗਾਰ ਹਾਂ। ਗੁਰਦੁਆਰੇ ਦੇ ਬਾਹਰ ਹਰ ਬੰਦੇ ਦੀ ਪਰਸਨਲ ਲਾਈਫ ਹੈ ਜੀ, ਉਹ ਕੌਣ ਕੀ ਕਰਦਾ ਹੈ ਆਈ ਡੋਂਟ, ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ। ਪਰ ਅਗਰ ਇਹਨਾਂ ਨੇ ਇੱਥੇ ਤੱਕ ਵੀ ਕਹਿਤਾ, ਇਹਨਾਂ ਨੇ ਇੱਥੇ ਤੱਕ ਵੀ ਕਿਹਾ ਕਿ ਡਾਕਟਰ ਤੇ ਡਾਕਟਰ ਲਾਂਗਰੀ ਦੋਨੋਂ ਜਣੇ ਨਸ਼ਾ ਕਰ ਰਹੇ ਸੀ, ਨਸ਼ਾ ਕਰਦੇ ਸੀ, ਫੜੇ ਨੇ ਗੁਰਦੁਆਰੇ ਦੇ ਅੰਦਰ। ਅਗਰ ਇਸ ਗੱਲ ਨੂੰ ਪ੍ਰੂਵ ਕਰ ਦੇਣ ਭਾਈ ਸਾਹਿਬ, ਚੌਂਕ 'ਚ ਖੜੇ ਕਰਕੇ ਗੋਲੀ ਮਾਰ ਦੇਣਾ, ਚੌਂਕ 'ਚ ਖੜੇ ਕਰਕੇ ਗੋਲੀ ਮਾਰ ਦੇਣਾ ਜੀ। ਤੁਹਾਡੇ ਉੱਪਰ ਕੋਈ ਐਸਾ ਇਲਜ਼ਾਮ ਕਰ ਰਿਹਾ? ਮੈਂ ਦੀ ਤਾਂ ਗੱਲ ਕਰਦੇ ਕਹਿ ਰਹੇ ਨੇ ਹੋ, ਮੈਂ ਕਹਿੰਦਾ ਜੀ ਮੈਨੂੰ ਚੌਂਕ 'ਚ ਖੜੇ ਕਰਕੇ ਮੈਨੂੰ ਮਾਰ ਦੇਣਾ। ਦੀ ਤਾਂ ਵੀਡੀਓ ਆ ਗਈ ਹੈ ਨਾ ਭਾਈ ਸਾਹਿਬ ਮੈਂ ਆਪਣੀ ਗੱਲ ਕਰ ਰਿਹਾ ਜੀ, ਤੁਸੀਂ ਆਪਣੀ ਗੱਲ ਮੈਂ ਆਪਣੀ ਗੱਲ ਕਰ ਰਿਹਾ। ਔਰ ਮੈਂ ਅਗਰ ਕੋਈ ਇਸ ਗੱਲ ਨੂੰ ਪ੍ਰੂਫ ਕਰ ਦੇ, ਆਂਡਾ, ਮੀਟ, ਸ਼ਰਾਬ, ਗਾਂਜਾ, दारू, सिगरेट, तंबाकू अगर इस बंदे के ब्लड चो मिल जाए भाई साहब सर हम जो चौंक खड़े गोली मार देना। और मैं प्रूव कर देंगा कि इन्होंने चो नशेड़ी कौन है, और मैं प्रूव कर देंगा। और इन्होंने ये जवाब देना पेगा कि एक बंदा सहजधारी शराब पींदा होवे, वो बंदा उपर महाराज के स्वरूप के नाल स्वरूप के उपर बह के ते पाठ कर सकता है, वो कमेटी नूं अलाउड है। कल इन्होंने उत्ते बह के 25-30 बंदे ने मीटिंग की है, ये लॉकडाउन च अलाउड है क्योंकि ये गुरु घर इन्हों का है, ये संगत का गुरु घर नहीं है भाई साहब, ये संगत का गुरु घर। तुसीं मेरे तो जी स्टेटमेंट लैनी है लै ली, तुसीं सवेरे इस कलोनी का सर्वे करो, तुहानूं एक गल तुहाडे सामने आ जाएगी, तुहानूं पता लग जाएगा कि गल की है। मैं अपना किसी ना भाई साहब किसी ना कोई द्वेष नहीं है। अगर मेरा द्वेष हुंदा, इन्होंने मेरे ते इल्जाम लाया कि कमेटी का प्रधान बनना चाहता, मैं किवें कमेटी का प्रधान बन जाऊंगा? मेरे को अपने वास्ते का टाइम नहीं है। सारा दिन पीपी किट ਦੇ ਵਿੱਚ ਹੁੰਨਾ ਮੈਂ, ਸਾਰਾ ਦਿਨ ਹੁਣ ਵੀ ਅਗਰ ਮੈਂ ਨਹੀਂ ਤੁਸੀਂ ਆਂਦੇ ਮੈਂ ਕੰਮ ਤੇ ਚਲੇ ਜਾਣਾ ਸੀਗਾ। ਇੱਥੇ ਫਿਰ ਮੇਰੇ ਤੇ ਇਲਜ਼ਾਮ ਲਾ ਰਹੇ ਪੈਸੇ ਤੋਂ ਆ ਇੱਥੇ ਪਰਚੀਆਂ ਪਈਆਂ ਨੇ, ਮੈਂ 30 ਰੁਪਏ ਚੈਰੀਟੇਬਲ ਜਿੱਥੇ ਫੀਸ ਦੇਖ ਰਿਹਾ। ਇੱਕ ਕੁਆਲੀਫਾਈਡ ਐਮਡੀ ਦੀ ਫੀਸ ਕੀ ਹੁੰਦੀ ਤੁਹਾਨੂੰ ਪਤਾ ਹੈ ਜੀ? ਇੱਕ ਕੁਆਲੀਫਾਈਡ ਐਮਡੀ ਇੱਕ ਚੈਰੀਟੇਬਲ ਇੱਥੇ ਚਲਾ ਰਿਹਾ ਹੈ, ਔਰ ਮੈਂ ਆਪਣਾ ਸਾਰਾ ਕੰਮ ਬਾਹਰ ਨਰਸਿੰਗ ਹੋਮ ਚ ਲੈਂਦਾ, ਮੈਂ ਕਿਸੇ ਨਰਸਿੰਗ ਹੋਮ ਦਾ ਨਾਮ ਨਹੀਂ ਲਵਾਂਗਾ, ਠੀਕ ਹੈ ਜੀ। ਪਰ ਉਹਦੇ ਬਾਵਜੂਦ 80 ਦਿਨ ਸੇਵਾ ਕਰਨ ਦੇ ਬਾਵਜੂਦ ਭਾਈ ਸਾਹਿਬ, ਪਰ ਮੈਂ ਇੱਕੋ ਹੀ ਗੱਲ ਕਹਾਂਗਾ ਜੀ, ਉਹ ਦੇਖਣ ਵਾਲਾ ਦਾਤਾਰ ਬੈਠਾ ਹੈ, ਉਹ ਬੈਠਾ ਹੈ, ਉਹ ਇਹਨਾਂ ਦੇ ਭੇਦ ਸਾਰੇ ਸਾਹਮਣੇ ਖੁੱਲ ਗਏ ਨੇ। ਔਰ ਮੈਂ ਇਹ ਤੁਹਾਨੂੰ ਮੈਂ ਅੱਜ ਫਿਰ ਕਹਿ ਦਿੰਦਾ, ਜਿਸ ਦਿਨ ਭਾਈ ਸਾਹਿਬ ਥਾਣੇ 'ਚ ਗੱਲ ਹੋਈ ਤੇ ਮੈਂ ਕਹਿੰਦਾ ਜੀ ਇੱਥੇ ਉਹ ਗੱਲਾਂ ਹੋਣਗੀਆਂ ਕਿ ਤੁਸੀਂ ਵੀ ਕਹੋਗੇ ਡਾਕਟਰ ਸਾਹਿਬ ਤੁਸੀਂ ਬਿਲਕੁਲ ਠੀਕ ਸੀ, ਔਰ ਇਹ ਉੱਥੋਂ ਭੱਜਦੇ ਫਿਰਨਗੇ ਜੀ। ਚਲੋ ਆਪਾਂ ਸਮਾਂ ਕਿਉਂਕਿ ਬਹੁਤ ਲੰਬਾ ਹੋ ਗਿਆ। ਸੰਗਤ ਜੀ, ਅਕਾਲ ਚੈਨਲ ਦਾ ਸਾਡਾ ਇਹੀ ਮਕਸਦ ਸੀਗਾ ਕਿ ਦੋਨੋਂ ਧਿਰਾਂ ਨੂੰ, ਦੋਨਾਂ ਪੱਖਾਂ ਨੂੰ ਸੁਣਿਆ ਜਾਵੇ। ਅਸੀਂ ਉਹਨਾਂ ਦੇ ਜਿਹੜੇ ਹੈਗੇ ਸਵਾਲ ਇਹਨਾਂ ਨੂੰ ਪੁੱਛ ਲਏ, ਔਰ ਇਹਨਾਂ ਦੇ ਸਵਾਲ ਅਸੀਂ ਉਹਨਾਂ ਨੂੰ ਪੁੱਛ ਲਿਆ। ਫੈਸਲਾ ਹੁਣ ਸੰਗਤ ਨੇ ਤੁਸੀਂ ਕਰਨਾ ਹੈਗਾ ਸੰਗਤ ਜੀ, ਕਿ ਵੀ ਕੀ ਇਹਦਾ ਨਿਚੋੜ ਨਿਕਲੇਗਾ, ਇਹਦਾ ਫੈਸਲਾ ਸੰਗਤ ਨੇ ਆਪ ਕਰਨਾ ਹੈਗਾ। ਆਪਾਂ ਦੋਵਾਂ ਪੱਖਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਵਿਚਾਰ ਤੁਹਾਡੇ ਸਾਹਮਣੇ ਰੱਖ ਦਿੱਤੇ ਆ ਸੰਗਤ ਜੀ। ਔਰ ਆਪਣਾ ਕਿਉਂਕਿ ਅਕਾਲ ਚੈਨਲ ਦੀ ਤਰਫ ਤੋਂ ਕਿਉਂਕਿ ਦੋਨਾਂ ਧਿਰਾਂ ਵੱਲੋਂ ਅਕਾਲ ਚੈਨਲ ਨਾਲ ਸੰਪਰਕ ਕੀਤਾ ਗਿਆ ਸੀਗਾ ਔਰ ਕਿਹਾ ਗਿਆ ਸੀਗਾ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੈਗੀ ਆ ਜ਼ਰੂਰ ਕੋਈ ਜਿਹੜੀ ਹੈਗੀ ਆ ਉਹਨਾਂ ਦੀ ਮਦਦ ਕੀਤੀ ਜਾਵੇ। ਅਸਾਂ ਇਸੇ ਕਰਕੇ ਦੋਨਾਂ ਨੂੰ ਜਿਹੜਾ ਤੁਹਾਡੇ ਸਾਹਮਣੇ ਰੱਖ ਦਿੱਤਾ। ਫੈਸਲਾ ਤੁਸੀਂ ਆਪ ਕਰਨਾ। ਦੋਨੋਂ ਧਿਰ ਕਹਿ ਰਹੇ ਕਿ ਅਸੀਂ ਕਾਨੂੰਨੀ ਲੜਾਈ ਇਹਦੀ ਲੜਾਂਗੇ, ਜੋ ਵੀ ਹੋਇਆ ਗਲਤ ਹੋਇਆ। ਪਰ ਜੋ ਸਾਡੀ ਇੱਕ ਸੋਚ ਮੇਰੀ ਲੱਗਦੀ, ਮੈਨੂੰ ਇਹੀ ਲੱਗਦਾ ਕਿ ਸ਼ਾਇਦ ਜੋ ਕਮੇਟੀਆਂ ਦੀ ਆਪਸੀ ਜੋ ਝਗੜੇ ਸੀਗੇ ਜਾਂ ਕੁਝ ਸੇਵਾਵਾਂ ਨੂੰ ਲੈ ਕੇ ਸ਼ਾਇਦ ਕੋਈ ਝਗੜੇ ਸੀਗੇ, ਉਹਨਾਂ ਦਾ ਜਿਹੜਾ ਕਨਕਲੂਜਨ ਜਿਹੜਾ ਹੈਗਾ ਇਸ ਤਰੀਕੇ ਦਾ ਬਿਲਕੁਲ ਨਹੀਂ ਨਿਕਲਣਾ ਚਾਹੀਦਾ ਸੀਗਾ। ਕੇਸਾਂ ਦੀ ਬੇਅਦਬੀ ਹੋਈ ਆ, ਜੋ ਵੀ ਹੋਇਆ ਦਸਤਾਰ ਦੀ ਬੇਅਦਬੀ ਗਲਤ ਹੋਇਆ। ਸੋ ਆਪਾਂ ਇਹੀ ਬੇਨਤੀ ਕਰਾਂਗੇ ਕਿ ਸੰਗਤ ਨੂੰ ਕਿ ਸੰਗਤ ਦੀ ਕਚਹਿਰੀ ਦੇ ਵਿੱਚ ਇਸ ਗੱਲ ਦਾ ਜਵਾਬ ਜੋ ਹੈ ਆਪ ਜੀ ਸੰਗਤ ਜੀ ਦਿਓ। ਔਰ ਦੂਸਰੇ ਪਾਸੇ ਦੋਨੋਂ ਧਿਰਾਂ ਕਹਿ ਰਹੀਆਂ ਕਿ ਕਾਨੂੰਨੀ ਜਿਹੜੀ ਉਹ ਸਲਾਹ ਲੈਣਗੇ, ਹੋਰ ਕਾਨੂੰਨਾਂ ਦੀ ਲੜਾਈ ਲੜਨਗੇ। ਸੋ ਆਪਾਂ ਕਾਨੂੰਨ ਵਿਵਸਥਾ ਤੇ ਵੀ ਥੋੜਾ ਜਿਹਾ ਅਸੀਂ ਜੋ ਕਿ ਅਸੀਂ ਉਡੀਕ ਕਰੀਏ ਕਿ ਜ਼ਰੂਰ ਇਸ ਮਾਮਲੇ ਦੇ ਵਿੱਚ ਕੋਈ ਜੋ ਕਿ ਚੰਗਾ ਕੋਈ ਇੱਕ ਰਿਜ਼ਲਟ ਆਵੇ। ਸੋ ਇਸ ਦੀ ਆਪਾਂ ਜਿਹੜੀ ਕਾਨੂੰਨ ਵਿਵਸਥਾ ਦੇ ਉੱਪਰ ਅਸੀਂ ਇਹਦੀ ਜ਼ਿੰਮੇਵਾਰੀ ਛੱਡਦੇ ਹੈਗੇ ਔਰ ਸੰਗਤ ਦੇ ਉੱਪਰ ਤੇ ਬਿਲਕੁਲ ਜ਼ਿੰਮੇਵਾਰੀ ਹੈ। ਦੋਨੋਂ ਧਿਰਾਂ ਨੂੰ ਤੁਸੀਂ ਸੁਣਿਆ, ਤੁਸੀਂ ਫੈਸਲਾ ਲੈਣਾ। ਡਾਕਟਰ ਸਾਹਿਬ ਸਾਡੇ ਨਾਲ ਐਚਐਸ ਰਿਆਦ ਸਾਹਿਬ ਮੌਜੂਦ ਸੀਗੇ ਨੇ ਔਰ ਉਹਨਾਂ ਨੇ ਆਪਣੇ ਵਿਚਾਰ ਆਪਣੇ ਪੱਖ ਰੱਖੇ ਹੈ। ਉਹਨਾਂ ਦੇ ਸਵਾਲ ਅਸੀਂ ਇਹਨਾਂ ਤੋਂ ਪੁੱਛੇ, ਇਹਨਾਂ ਦੇ ਅਸੀਂ ਉਹਨਾਂ ਤੋਂ ਪੁੱਛੇ। ਮੈਨੂੰ ਲੱਗਦਾ ਤੁਹਾਨੂੰ ਜਿਹੜਾ ਜਵਾਬ ਆਪਸ ਦੇ ਵਿੱਚ ਮਿਲ ਗਏ ਹੋਣਗੇ। ਹੁਣ ਜ਼ਰੂਰ ਐਨਾਲਾਈਜ਼ ਤੁਸੀਂ ਕਰਨਾ ਹੈਗਾ, ਵਿਸ਼ਲੇਸ਼ਣ ਤੁਸੀਂ ਕਰਨਾ ਕਿ ਕੌਣ ਸਹੀ ਹੈ ਕੌਣ ਗਲਤ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਗੁਰਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਦੇਖਦੇ ਰਹੋ ਜੀ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।